ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੈ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਮਾਨ ਮਹਤ ਨਾ ਸਕਤ ਈਕਾਈ, ਸਹਾਦਾ ਦਾਸੀ ਥੀਓ। ਨਾਨਕ ਸੇ ਦਰ ਸੁਭਾਵੰਤੇ, ਜੋ ਪ੍ਰਭ ਆਪਨੇ ਕੀਓ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ। ਕਵਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹਿ ਸਮਝਾਇਆ। ਦੇਵ ਕਰਹੁ ਦਇਆ, ਮੋਹਿ ਮਾਰਗ ਲਾਵਹੁ। ਜਿਤ ਪਹਿ ਬੰਧਨ ਟੂਟੈ, ਜਨਮ ਮਰਨ ਦੁਖ ਵੇੜ ਕਰਮ ਸੁਖ। ਜੀਉ ਜਨਮ ਤੇ ਛੂਟੈ, ਬੇਸੁਮਾਰ ਅਥਾਹ ਅਗਨਤ ਤੋਲੈ। ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਉ ਹਲਾਲ। ਦਫਤਰ ਲੇਖਾ ਮੰਗੀਐ, ਤਬ ਹੋਏਗੋ ਕੌਣ ਹਵਾਲ। ਕਬੀਰ ਖੂਬ ਖਾਨਾ ਖੀਚਰੀ, ਜਾਮਹਿ ਅੰਮ੍ਰਿਤ ਲੋਨ। ਹੀਰਾ ਰੋਟੀ ਕਾਰਨੇ, ਗਲਾ ਕਟਾਵੈ ਕੌਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ
ਗੁਰੂ ਕੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਦੱਸੀ ਹੋਈ ਜੀਵਨ ਦੀ ਸੱਚਿਆਰ ਜੁਗਤ ਨੂੰ ਕਮਾਉਂਦਿਆਂ, ਨਾਮ ਧਨ ਨੂੰ ਸੰਚਦਿਆਂ ਹੋਇਆਂ ਗਿਆਨ ਦੇ ਪ੍ਰਕਾਸ਼ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ, ਇਕਸੁਰ ਹੋਣ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸਲੋਕ ਦੇ ਅੰਤਰਗਤ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ। ਕਬੀਰ ਅੱਲ੍ਹ ਕੀ ਕਰ ਬੰਦਗੀ, ਜਿਹ ਸਿਮਰਤ ਦੁੱਖ ਜਾਏ। ਕਿ ਜਦੋਂ ਮਨੁੱਖ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਦੇ ਅਧਿਆਤਮਿਕ ਮਨੋਰਥ ਨੂੰ ਸਮਝਦਾ ਹੈ, ਫਿਰ ਉਸ ਨੂੰ ਇਸ ਗੱਲ ਦਾ ਇਲਮ ਹੁੰਦਾ ਹੈ ਕਿ ਜਿਸ ਪ੍ਰਭੂ ਤੋਂ, ਨਿਰੰਜਨ ਸਰੂਪ ਤੋਂ, ਪਾਵਨ ਸਰੂਪ ਤੋਂ ਮੈਂ ਪੈਦਾ ਹੋਇਆ ਹਾਂ ਅਤੇ ਜਿਹਦੀ ਰੱਬੀ ਜੋਤ ਮੇਰੇ ਜੀਵਨ ਦੇ ਵਿੱਚ ਵਿਚਰ ਕੇ ਮੇਰੇ ਜੀਵਨ ਦੀ ਸਾਰੀ ਕਿਰਿਆ ਨੂੰ ਚਲਾਉਂਦੀ ਹੈ, ਉਸ ਪ੍ਰਭੂ ਵਾਂਗ ਪਵਿੱਤਰ, ਸ਼ੁੱਧ ਅਤੇ ਗੁਣਾ, ਨਾਮ ਧਨ, ਬੰਦਗੀ ਦੀ ਕਮਾਈ ਵਾਲਾ ਉੱਚਾ ਜੀਵਨ ਜਿਉਣਾ ਹੀ ਮੇਰੇ ਜੀਵਨ ਦਾ ਮਕਸਦ ਹੈ। ਫਿਰ ਇਸ ਕਰਮ ਦੇ ਲਈ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਬੰਦਗੀ ਦਾ ਜਿਹੜਾ ਨੇਮ ਹੈ ਉਹ ਜੀਵਨ ਦੇ ਵਿੱਚ ਧਾਰਨ ਕਰਨਾ ਪੈਂਦਾ ਹੈ। ਫਿਰ ਜਿਉਂ-ਜਿਉਂ ਮਨੁੱਖ ਬੰਦਗੀ ਦੇ ਸਾਰੇ ਪੱਖਾਂ ਨੂੰ ਬੁੱਝ ਕੇ ਉਹਦੇ ਅਨੁਸਾਰ ਹੋਈ ਜਾਂਦਾ ਹੈ, ਫਿਰ ਉਵੇਂ-ਉਵੇਂ ਉਹਦੇ ਜੀਵਨ ਦੇ ਵਿੱਚ ਆਨੰਦ ਦੀ ਜਿਹੜੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ। ਤ੍ਰਿਸ਼ਨਾ, ਵਾਸਨਾ, ਜਗਤ ਦੀ ਸਾਰੀ ਭਟਕਣ ਮਨ ਕਰਕੇ, ਬੁੱਧ ਕਰਕੇ ਮਿਟ ਜਾਂਦੀ ਹੈ ਅਤੇ ਜੀਵ ਸ਼ਾਂਤ ਸਰੂਪ ਨੂੰ, ਸਹਿਜ ਸਰੂਪ ਨੂੰ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ। ਭਗਤ ਕਬੀਰ ਸਾਹਿਬ ਜੀ ਅੱਜ ਸਾਨੂੰ ਇੱਕ ਬੜੇ ਗੁਹਜ ਨੁਕਤੇ ਉੱਪਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਬੀਰ ਜੋਰੀ ਕੀਏ ਜ਼ੁਲਮ ਹੈ, ਭਾਵ ਕਿ ਆਪਣੀ ਦੇਹ, ਆਪਣੇ ਮਨ, ਆਪਣੀ ਅਕਲ ਦੇ ਜ਼ੋਰ ਨਾਲ ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਸਰੇ ਦੇ ਉੱਪਰ ਜ਼ੁਲਮ ਕੀਤਾ ਜਾਂਦਾ ਹੈ, ਉਸ ਦਾ ਗਲਾ ਕੱਟਿਆ ਜਾਂਦਾ ਹੈ, ਉਹਦੇ ਜੀਵਨ ਦੀ ਕਿਰਿਆ ਨੂੰ ਆਪਣੇ ਜ਼ੋਰ ਦੇ ਨਾਲ ਸਮਾਪਤ ਕੀਤਾ ਜਾਂਦਾ ਹੈ, ਉਹਦੇ ਜੀਵਨ ਦੀ ਸਾਰੀ ਬਣੇ ਹੋਏ ਪਸਾਰਾਂ ਨੂੰ ਆਪਣੀ ਤਲਵਾਰ ਦੇ ਜ਼ੋਰ ਨਾਲ ਖਤਮ ਕਰਨ ਦਾ ਯਤਨ ਕੀਤਾ ਜਾਂਦਾ ਹੈ। ਅਤੇ ਇਸ ਯਤਨ ਨੂੰ ਜਚਾਉਣ ਦੇ ਲਈ, ਇਸ ਯਤਨ ਦੀ ਵਿਆਖਿਆ ਦੇ ਲਈ ਉਸ ਨੂੰ ਹਲਾਲ ਆਖਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਫ਼ਤਰ ਲੇਖਾ ਮੰਗੀਐ, ਤਬ ਹੋਏਗੋ ਕੌਣ ਹਵਾਲ। ਜਦ ਇਸ ਸਾਰੇ ਕੀਤੇ ਹੋਏ ਜ਼ੁਲਮ ਦਾ ਮਨੁੱਖ ਦੇ ਪਾਸੋਂ ਧਰਮ ਦੇ ਨੇਮ ਅਨੁਸਾਰ ਜਦ ਲੇਖਾ ਪੁੱਛਿਆ ਜਾਏਗਾ, ਤਬ ਕਿਹੜਾ ਹਵਾਲਾ ਮਨੁੱਖ ਵਰਤੇਗਾ ਕਿ ਆਪਣੇ ਉਸ ਕੀਤੇ ਹੋਏ ਕਰਮ ਨੂੰ ਮਨੁੱਖ ਜਸਟੀਫਾਈ ਕਰ ਸਕੇ ਜਾਂ ਠੀਕ ਠਹਿਰਾ ਸਕੇ ਕਿ ਜੋ ਜੀਆਂ ਨੂੰ ਜ਼ੋਰ ਕਰਕੇ ਮਾਰਿਆ ਹੈ, ਜਾਨਵਰਾਂ ਆਦਿਕ ਨੂੰ, ਉਹਨਾਂ ਨੂੰ ਠੀਕ ਠਹਿਰਾਉਣ ਦੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੀ ਦਲੀਲ ਹੋਏਗੀ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਇਹਦੇ ਵਿੱਚ ਸ਼ਬਦ ਵਰਤੇ ਹਨ ਹਲਾਲ। ਹਲਾਲ ਸ਼ਬਦ ਜਿਹੜਾ ਹੈ ਇਸਲਾਮੀ ਸ਼ਰ੍ਹਾ ਦੇ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਉਹ ਅੱਲਾਹ ਤਾਲਾ ਨੂੰ ਪ੍ਰਸੰਨ ਕਰਨ ਦੇ ਲਈ ਉਹਨਾਂ ਨੇ ਇੱਕ ਟਰਮ ਬਣਾਈ ਹੈ ਕੁਰਬਾਨੀ ਦੇਣਾ। ਅਤੇ ਉਹਦੇ ਵਿੱਚ ਜਿਵੇਂ ਈਦ ਦਾ ਤਿਉਹਾਰ ਹੈ
ਤੇ ਉਸ ਤਿਉਹਾਰ ਦੇ ਉੱਪਰ ਉਹ ਜਾਨਵਰਾਂ ਨੂੰ ਜਿਬਾ ਦਾ ਭਾਵ ਕਤਲ ਕਰਨਾ, ਤੇ ਕਤਲ ਕਰਨ ਦਾ ਢੰਗ ਸਿੱਧਾ ਨਹੀਂ, ਕਤਲ ਕਰਨ ਦਾ ਢੰਗ ਹੈ ਹਲਾਲ, ਕਿ ਬੜੀ ਕੁਝ ਘੱਟ ਜਿਹੜੀ ਹੈ ਤੇਜ਼ ਛੁਰੀ ਲੈ ਲੈਣੀ, ਪਰ ਬਹੁਤ ਹੌਲੀ ਹੌਲੀ ਚਲਾਉਣੀ ਉਹਦੀ ਗਰਦਨ ਉੱਪਰ, ਇੱਕਦਮ ਉਹਨੂੰ ਕਤਲ ਨਹੀਂ ਕਰਨਾ। ਇਸ ਸਾਰੀ ਕਿਰਿਆ ਨੂੰ ਉਹ ਹਲਾਲ ਕਹਿੰਦੇ ਹਨ। ਅਤੇ ਨਾਲ ਉਹ ਪਾਕ ਕਲਮਾ ਪੜ੍ਹਦੇ ਜਾਂਦੇ ਹਨ, ਅਤੇ ਜਦੋਂ ਹਲਾਲ ਦੇ ਨਾਲ ਜੀਵ ਪੂਰਾ ਉਹਦੀ ਗਰਦਨ ਕੱਟੀ ਜਾਂਦੀ ਹੈ, ਉਹਨੂੰ ਆਖਦੇ ਹਨ ਕਿ ਬਿਸਮਿਲ ਹੋ ਗਿਆ, ਭਾਵ ਕਿ ਅੱਲਾ ਦੇ ਨਾਂ 'ਤੇ ਕੁਰਬਾਨੀ ਦੇ ਯੋਗ ਹੈ, ਇਹ ਪ੍ਰਵਾਨ ਹੋ ਗਿਆ। ਇਸ ਤਰ੍ਹਾਂ ਦੇ ਉਹ ਵਾਕ ਆਖਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਰੀ ਕੀਏ ਜ਼ੁਲਮ, ਇਹ ਉਹਨਾਂ ਦਾ ਇੱਕ ਧਰਮ ਦਾ ਜੋ ਕਰਮ ਹੈ ਜਿਹੜਾ ਉਹ ਮੰਨਦੇ ਹਨ ਆਪਣੇ ਆਪ ਦੇ ਵਿੱਚ, ਕਿ ਅੱਲਾਹ ਤਾਲਾ ਦੀ ਖੁਸ਼ੀ ਦੇ ਲਈ ਜਾਨਵਰਾਂ ਦੀ ਕੁਰਬਾਨੀ ਦਿੱਤੀ ਜਾਏ, ਅਤੇ ਉਹ ਬਹੁਤ ਵੱਡੀ ਗਿਣਤੀ ਵਿੱਚ ਦਿੰਦੇ ਹਨ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਸਮੱਸਿਆ ਇਹ ਹੈ ਕਿ ਜੋਰੀ ਕੀਏ ਜ਼ੁਲਮ ਹੈ। ਠੀਕ ਹੈ ਜੋ ਤੁਹਾਡਾ ਸਿਧਾਂਤ ਜਾਂ ਅਮਲ ਹੈ, ਪਰ ਪਹਿਲੀ ਸਮੱਸਿਆ ਹੈ ਜੋਰੀ ਕੀਏ। ਹੁਣ ਇਸ ਜੋਰੀ ਕੀਏ ਸ਼ਬਦ ਦੇ ਵਿੱਚ ਮਨੁੱਖ ਦੀ ਇੰਟਰਨਲ ਸਮੱਸਿਆ ਦੱਸੀ ਗਈ ਹੈ। ਜਦੋਂ ਉਹ ਧਰਤੀ 'ਤੇ ਮਾਲਕ ਦੇ ਰੂਪ ਨੂੰ ਹਰ ਆਕਾਰ ਵਿੱਚ ਨਹੀਂ ਬੁੱਝਦਾ, ਪਹਿਲੀ ਗੱਲ ਹਰ ਆਕਾਰ 'ਚ ਨਹੀਂ ਬੁੱਝਦਾ, ਜਦੋਂ ਨਹੀਂ ਬੁੱਝਦਾ ਇਸ ਕਰਕੇ ਉਹਦੇ ਕੋਲ ਉਹਦਾ ਅਭਿਆਸ ਨਹੀਂ ਹੁੰਦਾ, ਫਿਰ ਉਹ ਚੀਜ਼ਾਂ ਨੂੰ ਛੋਟੇ ਰੂਪਾਂ ਦੇ ਵਿੱਚ, ਛੋਟੇ ਅਰਥਾਂ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੰਦਾ। ਜਿਵੇਂ ਛੋਟੇ ਅਰਥ ਕੀ ਹੁੰਦੇ ਨੇ, ਇਹ ਵੀ ਆਪ ਦੇ ਸਨਮੁਖ ਅਰਜ਼ ਕਰਦੇ ਤਾਂ ਕਿ ਅੱਗੇ ਜਾ ਕੇ ਗੱਲ ਸਪਸ਼ਟ ਹੋ ਜਾਏ। ਛੋਟੇ ਅਰਥ ਕੀ ਹੁੰਦੇ ਨੇ? ਇੱਕ ਮਨੁੱਖ ਕਿਸੇ ਬਗੀਚੇ ਵਿੱਚ ਦਾਖਲ ਹੋਇਆ, ਮੰਨ ਲਓ ਦੋ ਮਨੁੱਖ, ਇੱਕ ਜਿਹੜਾ ਹੈ ਫੁੱਲ ਦੀ ਖੁਸ਼ਬੂ ਦੇ ਨਾਲ ਫੁੱਲ ਦੇ ਨੇੜੇ ਗਿਆ, ਉਹਦੀ ਸੁੰਦਰਤਾ ਨੂੰ ਮਾਣਿਆ, ਉਹਦੀ ਮਹਿਕ ਨੂੰ ਸੁੰਘ ਕੇ ਆਪਣੇ ਆਪ ਨੂੰ ਉਹਦੀ ਮਹਿਕ ਦੇ ਨਾਲ ਭਰ ਲਿਆ, ਅਤੇ ਬੜਾ ਨਿਹਾਲ ਹੋਇਆ, ਆਨੰਦਿਤ ਹੋਇਆ, ਅਤੇ ਫੁੱਲ ਦਾ, ਬਗੀਚੇ ਦਾ, ਮਾਲੀ ਦਾ ਧੰਨਵਾਦ ਕਰਕੇ ਵਾਪਸ ਚਲਾ ਕਿਸੇ ਹੋਰ ਨੂੰ ਇਹਦੇ ਬਾਰੇ ਦੱਸ ਰਿਹਾ। ਇੱਕ ਇਹ ਨਿਸ਼ਾਨ ਹੈ। ਦੂਜਾ ਇਹ ਹੈ ਜਿਹਨੂੰ ਕੋਈ ਸੁੱਧ ਨਹੀਂ ਹੈ, ਨਾ ਉਹਨੇ ਸੁੰਦਰਤਾ ਦੀ ਸਾਰ ਜਾਣੀ ਕਿ ਕੱਲੀ ਕੱਲੀ ਕਲੀ ਦਾ ਕੀ ਹੁਸਨ ਹੈ, ਅਤੇ ਪੂਰੇ ਫੁੱਲ ਦੀ ਜਿਹੜੀ ਮਹਿਕ ਹੈ ਉਹ ਕਿਵੇਂ ਬਿਖਰਦੀ ਪਈ ਹੈ ਅਤੇ ਕਿਵੇਂ ਸਾਹਾਂ 'ਚ ਘੁਲਦੀ ਪਈ ਹੈ, ਇਸ ਬਾਰੇ ਨਹੀਂ ਜਾਣਿਆ। ਬਸ ਇੰਨਾ ਕਿ ਮੈਨੂੰ ਚੰਗਾ ਲੱਗਦਾ ਹੈ, ਮੈਂ ਟਾਹਣੀ ਨਾਲੋਂ ਤੋੜਨਾ ਹੀ ਤੋੜਨਾ ਹੈ। ਇਹ ਦੋ ਤਰ੍ਹਾਂ ਦੇ ਬੰਦੇ ਸੰਸਾਰ ਦੇ ਵਿੱਚ ਹੁੰਦੇ ਹਨ। ਚੀਜ਼ਾਂ ਨੂੰ ਉਹਨਾਂ ਦੇ ਰੂਹਾਨੀ, ਉਹਨਾਂ ਦੇ ਉੱਚੇ ਰੂਪਾਂ ਦੇ ਵਿੱਚ ਮਾਨਣ ਦੀ ਬਜਾਏ ਉਹਨਾਂ ਨੂੰ ਛੋਟੇ ਅਰਥਾਂ ਦੇ ਵਿੱਚ ਲਿਆ ਕੇ ਉਹਨਾਂ ਦਾ ਜੀਵਨ ਨਸ਼ਟ ਕਰ ਦਿੰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜਦੋਂ ਜੋਰੀ ਸ਼ਬਦ ਕਿਹਾ ਤਾਂ ਉਹਦੇ ਸ਼ਬਦ ਦੀ ਰਮਜ਼ ਇਹ ਹੈ ਕਿ ਜਦੋਂ ਮਨੁੱਖ ਦੇ ਅੰਦਰ ਰੂਹਾਨੀ ਤਹਿਜੀਬ ਵਿਗੜ ਜਾਂਦੀ ਹੈ ਅਤੇ ਉਹ ਚੀਜ਼ਾਂ ਨੂੰ ਮਾਲਕ ਦਾ ਰੂਪ, ਮਾਲਕ ਦਾ ਨੂਰ ਸਮਝਣ ਦੀ ਬਜਾਏ ਆਪਣੇ ਕਿਸੇ ਛੋਟੇ ਅਰਥ ਦੀ ਹਿੱਤ ਦੀ ਪੂਰਤੀ ਦੇ ਲਈ ਪ੍ਰਯੋਗ ਕਰਦਾ ਹੈ, ਉਦੋਂ ਉਹ ਧਰਤੀ 'ਤੇ ਇਵੇਂ ਦੀਆਂ ਚੀਜ਼ਾਂ ਲਾਗੂ ਕਰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਜੋਰੀ ਕੀਏ ਜ਼ੁਲਮ ਹੈ। ਹੁਣ ਜੋਰੀ ਕੀਏ ਦਾ ਪਹਿਲਾ ਭਾਵ ਇਹ ਹੋ ਗਿਆ। ਦੂਜਾ ਭਾਵ ਹੋ ਗਿਆ ਕਿ ਜੋ ਕਿਸੇ ਦਾ ਜੀਵਨ ਬਣਿਆ ਹੈ, ਅਸੀਂ ਸਾਰੇ ਇੱਕ ਸਮਾਨ ਹਾਂ, ਇੱਥੋਂ ਤੱਕ ਕਿ ਪਸ਼ੂ ਜਾਤੀ ਵੀ। ਕਿਸੇ ਮਨੁੱਖ ਕੋਲੋਂ ਰੱਬੀ ਨੇਮ ਦੇ ਵਿੱਚ ਇਹ ਅਧਿਕਾਰ ਨਹੀਂ ਹੈ ਕਿ ਉਹ ਦੂਜੇ ਜੀਵਨ ਨੂੰ ਕਿਸੇ ਵੀ ਢੰਗ ਨਾਲ ਪ੍ਰਭਾਵਿਤ ਕਰੇ, ਆਪਣੇ ਅਧੀਨ ਕਰੇ, ਜਾਂ ਉਹਦੇ ਜੀਵਨ ਨੂੰ ਮੇਟਣ ਦਾ ਜਿਹੜਾ ਯਤਨ ਹੈ ਕਰੇ, ਕਿਉਂਕਿ ਹਰੇਕ ਜੀਵਨ ਸੁਤੰਤਰ ਜੀਵਨ ਹੈ ਅਤੇ ਉਹਦਾ ਅਸਲ ਮਾਲਕ ਪ੍ਰਭੂ ਆਪ ਹੈ, ਕਿਉਂਕਿ ਉਹ ਸਿਰਜਣਹਾਰ ਆਪ ਹੈ। ਇਸ ਕਰਕੇ ਨਾਸ਼ ਨਾ ਕਰਨ ਦਾ ਵੀ ਅਮਲ ਉਹਦੇ ਕੋਲੋਂ ਹੀ ਹੋਣਾ ਚਾਹੀਦਾ। ਇਹ ਥੋੜ੍ਹੀ ਨਾ ਕਿ ਜੀ ਸਿਰਜਣਹਾਰ ਕੋਈ ਹੈ ਅਤੇ ਨਾਸ਼ ਕਰਨ ਵਾਲੇ ਅਸੀਂ ਹੋ ਗਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਜੋਰੀ ਕੀਏ ਸ਼ਬਦ ਦੇ ਵਿੱਚ ਸਾਨੂੰ ਇਹ ਵੀ ਦੱਸਦੇ ਹਨ ਕਿ ਜਦੋਂ ਮਨੁੱਖ ਪ੍ਰਭੂ ਦੇ ਹੁਕਮ ਨੂੰ ਨਹੀਂ ਬੁੱਝਦਾ ਅਤੇ ਉਹ ਸਿਰਜਣਹਾਰ ਦੀ ਜਿਹੜੀ ਸੱਤਾ ਹੈ ਉਹਨੂੰ ਰੱਦ ਕਰਦਾ ਹੈ, ਅਤੇ ਇਹਦਾ ਭਾਵ ਜੋਰੀ ਕਰਨ ਵੇਲੇ ਉਹਦੇ ਅੰਦਰ ਇੱਕ ਖਾਸ ਤਰ੍ਹਾਂ ਦੀ ਹਉਮੈ ਕੰਮ ਕਰ ਰਹੀ ਹੈ ਕਿ ਮੈਂ ਉੱਤਮ ਹਾਂ ਅਤੇ ਉਸ ਉੱਤਮ ਦੇ ਨਾਲ ਕੋਈ ਵੀ ਕਰਮ ਕਰ ਸਕਦਾ। ਇਹ ਦੂਜਾ ਭਾਵ। ਅੱਗੇ ਜੋਰੀ ਕੀਏ ਸ਼ਬਦ ਦਾ ਤੀਜਾ ਭਾਵ ਇਹ ਹੈ ਕਿ ਜਦੋਂ ਮਨੁੱਖ ਧਰਤੀ 'ਤੇ ਧਰਮ ਦਾ ਅਮਲ ਜਿਉਂਦਾ ਹੈ ਅਤੇ ਉਹਨੂੰ ਧਰਮ ਦੇ ਅਮਲ ਜਦੋਂ ਬਾਰੀਕ ਢੰਗ ਦੇ ਨਾਲ ਨਹੀਂ ਸਮਝ ਆਉਂਦੇ ਅਤੇ ਉਹਨਾਂ ਦਾ ਪ੍ਰਚਲਿਤ ਜਿਹਾ ਰੂਪ ਅਪਣਾ ਲੈਂਦਾ ਹੈ, ਫਿਰ ਉਹ ਚੀਜ਼ਾਂ ਦੇ ਗਲਤ ਰੂਪਾਂ ਨੂੰ ਹੰਢਾਉਂਦਾ ਜਾਂਦਾ ਹੈ ਅਤੇ ਫਿਰ ਆਪਣੇ ਕੀਤੇ ਜਾਇਜ਼ ਨਜਾਇਜ਼ ਕਰਮ ਨੂੰ ਧਰਮ ਦੇ ਨਾਂ 'ਤੇ ਠੀਕ ਠਹਿਰਾ ਦਿੰਦਾ ਹੈ,
ਤੇ ਲੋਕਾਂ ਨੂੰ ਇੱਕ ਵਿਆਖਿਆ ਦੇ ਦਿੰਦਾ ਹੈ ਤੇ ਲੋਕ ਉਹਦੇ ਇਸ ਕਰਮ ਨੂੰ ਠੀਕ ਮੰਨ ਲੈਂਦੇ ਹਨ। ਭਗਤ ਕਬੀਰ ਸਾਹਿਬ ਜੀ ਦੇ ਹੀ ਵਾਕ ਹਨ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾਮ ਵਿਚਾਰੈ, ਜੋ ਸਭ ਮੈਂ ਏਕ ਖੁਦਾਏ ਕਹਿਤ ਹੋ, ਤਉ ਕਿਉ ਮੁਰਗੀ ਮਾਰੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸਲਾਮ ਦਾ ਇਹ ਸਿਧਾਂਤ ਹੈ ਕਿ ਹਰੇਕ ਰਚਨਾ ਦੇ ਅੰਦਰ ਮਾਲਕ ਦਾ ਨੂਰ ਰਮਿਆ ਹੋਇਆ ਹੈ, ਅਤੇ ਜਦੋਂ ਹਰੇਕ ਚੀਜ਼ ਦੇ ਅੰਦਰ ਮਾਲਕ ਦਾ ਨੂਰ ਰਮਿਆ ਹੋਇਆ ਹੈ, ਫਿਰ ਉਸ ਨੂਰ ਨੂੰ ਨਾਸ਼ ਕਰਨ ਦਾ ਜਾਂ ਉਸ ਨੂਰ ਦੀ ਜਿਹੜੀ ਕਿਸੇ ਅਰਥ ਵਾਲੀ ਹੋਂਦ ਹੈ ਉਹਨੂੰ ਮੇਟਣ ਦਾ ਹੱਕ ਰੂਹਾਨੀ ਤਹਿਜੀਬ ਵਿੱਚ ਤੁਹਾਨੂੰ ਕੌਣ ਅਰਪਣ ਕਰਦਾ ਹੈ, ਜਾਂ ਕਿੰਨੇ ਇਸ ਸਿਧਾਂਤ ਨੂੰ ਦ੍ਰਿੜ ਕਰਵਾਇਆ ਕਿ ਜੀਵਾਂ ਨੂੰ ਜੀਵਾ ਕਰਕੇ ਜਿਹੜਾ ਮਾਲਕ ਦੀ ਖੁਸ਼ੀ ਲਈ ਜਾਵੇ। ਇਸ ਕਰਕੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਉਦਾਸੀਆਂ ਵੇਲੇ ਪਹਿਲੀ ਦਫਾ ਲਾਹੌਰ ਗਏ ਨਾ, ਤਾਂ ਉੱਥੇ ਜਦੋਂ ਗੁਰੂ ਸਾਹਿਬ ਜੀ ਰਾਤ ਠਹਿਰੇ ਤਾਂ ਉੱਥੇ ਗੁਰੂ ਸਾਹਿਬ ਜੀ ਨੇ ਜਦੋਂ ਸੁਬਾਹ ਦੇਖਿਆ ਕਿ ਅਜੇ ਦਿਨ ਆਰੰਭ ਹੋਇਆ, ਦੂਜੇ ਪਾਸੇ ਹਜ਼ਾਰਾਂ ਜੀਵਾਂ ਦੀ ਕੱਟ ਵੱਢ ਸ਼ੁਰੂ ਹੋ ਗਈ, ਤਾਂ ਗੁਰੂ ਸਾਹਿਬ ਜੀ ਨੇ ਪੁੱਛਿਆ ਕਿ ਇਹ ਕੀ ਹੋ ਰਿਹਾ। ਕਹਿੰਦੇ ਜੀ ਅੱਜ ਈਦ ਹੈ, ਤਾਂ ਅੱਲਾ ਨੂੰ ਪ੍ਰਸੰਨ ਕਰਨ ਦੇ ਲਈ ਹਜ਼ਾਰਾਂ ਜੀਵਾਂ ਦੀ ਬੱਕਰਿਆਂ ਦੀ ਬਲੀ ਦਿੱਤੀ ਜਾਏਗੀ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹ ਅੱਲਾ ਦੇ ਸੁਭਾਅ ਦਾ ਇਲਮ ਤੁਹਾਨੂੰ ਕਿਵੇਂ ਪਤਾ ਲੱਗਾ। ਪਹਿਲਾ ਪ੍ਰਸ਼ਨ ਗੁਰੂ ਸਾਹਿਬ ਜੀ ਦਾ ਇਹ ਸੀ ਕਿ ਅੱਲਾ ਦੇ ਸੁਭਾਅ ਬਾਰੇ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਕਿ ਉਹ ਬਲੀ ਨਾਲ ਪ੍ਰਸੰਨ ਹੁੰਦਾ ਹੈ। ਪਹਿਲਾ ਇਹ ਗੱਲ, ਉਹਨਾਂ ਦਾ ਇਸ ਗੱਲੋਂ ਉੱਤਰ ਨਹੀਂ ਸੀ। ਦੂਜਾ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਮਨੁੱਖ ਹਰੇਕ ਜੀਵਨ ਦੀ ਹੋਂਦ ਆਪੋ ਆਪਣੀ ਹੈ, ਅਤੇ ਉਹਦਾ ਅਸਲ ਉਹਨੂੰ ਕੁਝ ਵੀ ਕਰਨਾ, ਜਿਵਾਉਣਾ ਮਾਰਨਾ ਰੱਖਣਾ ਇਹ ਪ੍ਰਭੂ ਦੇ ਹੱਥ ਹੈ। ਇਸ ਹੱਕ ਨੂੰ ਆਪਣੇ ਕਿਸੇ ਵਿਆਖਿਆ ਦੇ ਕਿਸੇ ਹੋਰ ਤਰ੍ਹਾਂ ਦੇ ਯਤਨ ਨਾਲ ਮੋਲਡ ਕਰਕੇ ਆਪਣੇ 'ਤੇ ਲਾਗੂ ਕਰ ਲੈਣਾ, ਇਹ ਕਿੱਥੋਂ ਕਦੀ ਧਾਰਮਿਕਤਾ ਹੈ। ਦੂਜਾ ਪ੍ਰਸ਼ਨ। ਤੀਜਾ ਹੈ ਕਿ ਜਿਹੜਾ ਕਰਮ ਕਰ ਰਹੇ ਹੋ, ਇਸ ਕਰਮ ਦਾ ਜਿਹੜਾ ਫਲ ਹੈ ਜਦੋਂ ਤੁਹਾਨੂੰ ਆਪਣੀ ਜਿੰਦ 'ਤੇ ਭੁਗਤਣਾ ਪਏਗਾ, ਅਤੇ ਕੀ ਉਦੋਂ ਇਹ ਧਰਮ ਦੀ ਵਿਆਖਿਆ ਕਰ ਸਕੋਗੇ ਜਿਹੜੀ ਅੱਜ ਕਰਦੇ ਹੋ ਕਿ ਅਸੀਂ ਹਲਾਲ ਕਰ ਲਿਆ, ਇਸ ਕਰਕੇ ਜੀਵ ਦੀ ਵੀ ਗਤੀ ਹੋ ਗਈ, ਅੱਲਾ ਵੀ ਪ੍ਰਸੰਨ ਹੋ ਗਿਆ। ਪਰ ਗੁਰੂ ਸਾਹਿਬ ਜੀ ਕਹਿਣ ਲੱਗੇ ਜਿਹੜੀ ਤੁਹਾਡੀ ਹਉਮੈ ਦੀ ਹੋਂਦ ਹੈ ਉਹਦਾ ਤਾਂ ਹੱਲ ਹੋਇਆ ਹੀ ਨਹੀਂ। ਠੀਕ ਹੈ, ਬੱਕਰਾ ਵੀ ਮਰ ਗਿਆ, ਅੱਲਾ ਵੀ ਪ੍ਰਸੰਨ ਹੋ ਗਿਆ, ਪਰ ਜਿਹੜਾ ਕਰਮ ਤੁਸੀਂ ਕੀਤਾ ਹੈ ਅਤੇ ਉਹਦੇ ਵਿੱਚ ਤੁਹਾਡੀ ਹਉਮੈ ਸ਼ਾਮਲ ਸੀ, ਉਹਦਾ ਹੱਲ ਕੌਣ ਕਰੇਗਾ। ਜਦੋਂ ਗੁਰੂ ਸਾਹਿਬ ਜੀ ਨੇ 3 ਪ੍ਰਸ਼ਨ ਕੀਤੇ, ਇਸ ਕਰਕੇ ਗੁਰਬਾਣੀ ਵਿੱਚ ਨਾ ਵਾਕ ਵੀ ਆਉਂਦੇ ਨੇ, ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ, ਭਾਵ ਕਿ ਉੱਥੇ ਪਹਿਲਾਂ ਦਿਨ ਦੇ ਪਹਿਲੇ ਸਵਾ ਪਹਿਰ ਦੇ ਵਿੱਚ ਜੀਵਾਂ ਦੀ ਕੱਟ ਵੱਢ ਬੜੇ ਵੱਡੇ ਪੱਧਰ 'ਤੇ ਹੁੰਦੀ ਸੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਜੋਰੀ ਕੀਏ ਜ਼ੁਲਮ ਹੈ। ਅੱਜ ਦੇ ਮਨੁੱਖ ਦੇ ਕੋਲੋਂ ਇੱਕ ਰੂਹਾਨੀ ਤਹਿਜੀਬ ਤਾਂ ਕੀ ਹੋਣੀ, ਮਨੁੱਖ ਦੇ ਕੋਲੋਂ ਆਮ ਨੈਤਿਕਤਾ ਵੀ ਨਹੀਂ ਹੈ। ਆਮ ਨੈਤਿਕਤਾ ਦਾ ਮਤਲਬ ਉਹਨੂੰ ਆਪਣੇ ਬੋਲ ਦਾ ਹੀ ਗਿਆਨ ਨਹੀਂ ਹੈ, ਆਪਣੀ ਦੇਖਣੀ ਦਾ ਗਿਆਨ ਨਹੀਂ ਹੈ, ਆਪਣੇ ਜਿਹੜੀ ਉਹਦੀ ਦੇਹ ਦੀ ਵਾਈਬਰੇਟਿੰਗ ਹੈ ਉਹਦਾ ਵੀ ਗਿਆਨ ਨਹੀਂ ਹੈ। ਮਤਲਬ ਇਸ ਗੱਲ ਨੂੰ ਸਰਲ ਕਹਿਣਾ ਹੋਵੇ ਕਿ ਇੱਕ ਹੈ ਹਿੰਸਾ ਕਿ ਜਾਨਵਰ ਦਾ ਗਲਾ ਕੱਟ ਕੇ ਕਤਲ ਕਰ ਦੇਣਾ, ਇਹ ਤਾਂ ਬਹੁਤ ਲੋਅਰ ਰੈਲਮ ਹੈ ਕਿਸੇ ਹਿੰਸਾ ਦਾ, ਕਿ ਗਲਾ ਹੀ ਕੱਟ ਕੇ ਖਤਮ ਕਰ ਦੇਣਾ। ਰੂਹਾਨੀ ਤਹਿਜੀਬ ਦੇ ਵਿੱਚ ਕਿਸੇ ਨੂੰ ਕੌੜਾ ਬੋਲ ਕਹਿਣਾ, ਉਹਦਾ ਹਿਰਦਾ ਦੁਖਤ ਕਰਨਾ, ਇਹ ਵੀ ਵਿਵਰਜਿਤ ਮੰਨਿਆ ਜਾਂਦਾ। ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤਉ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ। ਇੰਨੀ ਵੱਡੀ ਰੂਹਾਨੀ ਤਹਿਜੀਬ ਦੁਨੀਆ ਦੇ ਵਿੱਚ, ਦੁਨੀਆ ਇਹ ਸਵਰਗ ਕਦੋਂ ਬਣੇਗੀ, ਜਦੋਂ ਮਨੁੱਖ ਇਸ ਰੂਹਾਨੀ ਤਹਿਜੀਬ ਨੂੰ ਅਪਣਾਏਗਾ। ਅਤੇ ਮਨੁੱਖ ਇਹਨੂੰ ਤਾਂ ਕੀ ਅਪਣਾਉਣਾ, ਇਹਦੇ ਬੜੇ ਛੋਟੇ ਰੂਪਾਂ ਵਿੱਚ ਜਿਉਂ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋਰੀ ਕੀਏ ਜ਼ੁਲਮ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਵੀ ਇੱਕ ਤਰਕ ਕੀਤਾ ਹੈ ਕਿ ਜਿਹਨੂੰ ਤੁਸੀਂ ਅੱਲਾਹ ਤਾਲਾ ਦੀ ਖੁਸ਼ੀ ਦੇ ਲਈ ਹਲਾਲ ਕਰ ਰਹੇ ਹੋ, ਉਹਦੀ ਖੁਸ਼ੀ ਤਾਂ ਹੋ ਸਕਦੀ ਹੈ ਕਿ ਜਿਹਨੂੰ ਹਲਾਲ ਕੀਤਾ ਜਾ ਰਿਹਾ ਉਹਦੀ ਸਹਿਮਤੀ ਹੋਵੇ, ਉਹ ਪੂਰਨ ਰਜਾਮੰਦ ਹੋਵੇ ਕਿ ਹਾਂ ਮੈਂ ਬਲੀ ਦੇ ਲਈ ਤਿਆਰ ਹਾਂ, ਮੈਨੂੰ ਹਲਾਲ ਕਰ ਦਿਓ, ਤਾਂ ਕਿ ਅੱਲਾਹ ਤਾਲਾ ਖੁਸ਼ ਹੋ ਜਾਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋਰੀ ਕੀਏ ਦਾ ਤੁਹਾਡਾ ਬੜਾ ਵੱਡਾ ਨੁਕਸ ਹੈ, ਇਹ ਮਨੁੱਖ ਦੀ ਹੋਂਦ ਦਾ ਹੀ ਨੁਕਸ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅੱਗੇ ਕਹਿੰਦੇ, ਕਹਿਤਾ ਨਾਉ ਹਲਾਲ। ਜਦ ਕੋਈ ਇਹਦੇ 'ਤੇ ਇਤਰਾਜ਼ ਕਰਦਾ ਹੈ ਕਿ ਜੀ ਇਹ ਧਰਮ ਦੇ ਨਾਂ 'ਤੇ ਗਲਤ ਹੋ ਰਿਹਾ ਹੈ, ਤਾਂ ਕਹਿੰਦੇ ਹਲਾਲ ਬਣਾ ਦਿੰਦੇ ਹਨ। ਇਸ ਕਰਕੇ ਇਹ ਮਨੁੱਖ ਦੀ ਬੜੀ ਦੀਰਘ ਸਮੱਸਿਆ ਹੈ। ਕਿਤਾਬੇ ਮੀਰਦਾਦ ਦੇ ਵਿੱਚ ਨਾ ਇੱਕ ਅਧਿਆਏ ਆਉਂਦਾ ਹੈ,
ਉਹ ਇਸ ਪ੍ਰਸ਼ਨ ਦਾ ਜਵਾਬ ਹੈ ਕਿ ਕੀ ਖਾਣ ਦੇ ਲਈ ਮਾਰਨਾ ਜਾਇਜ਼ ਹੈ। ਤਾਂ ਉਹਦੇ ਵਿੱਚ ਉਹਨੇ ਬੜੀ ਕਮਾਲ ਦੀ ਗੱਲ ਕਹੀ ਹੈ। ਕਹਿਣ ਲੱਗਾ ਕਿ ਮਨੁੱਖ ਆਮ ਕਰਕੇ ਪਸ਼ੂ ਜਾਤੀ ਨੂੰ ਮਾਰਦਾ ਹੈ, ਪਸ਼ੂ ਜਾਤੀ ਨੂੰ ਹੀ ਮਨੁੱਖ ਆਪਣੇ ਖਾਣ ਪੀਣ ਦੇ ਲਈ ਮਾਰਦਾ, ਕਦੀ ਮਨੁੱਖਾਂ ਨੂੰ ਤਾਂ ਮਾਰਿਆ ਨਹੀਂ। ਇਸ ਕਰਕੇ ਉਹ ਆਖਦਾ, ਕਹਿੰਦਾ ਕਿ ਜਿਹਦਾ ਤੁਹਾਡੇ ਨਾਲ ਬੜਾ ਸਨੇਹ ਹੋਵੇ ਅਤੇ ਇੱਕ ਪਾਸੇ ਤੁਹਾਨੂੰ ਬਹੁਤ ਜਿਹੜੀ ਭੁੱਖ ਲੱਗ ਜਾਵੇ, ਭੁੱਖ ਦਾ ਹੋਰ ਕੋਈ ਇੰਤਜ਼ਾਮ ਨਾ ਹੋਵੇ, ਕੀ ਤੁਸੀਂ ਆਪਣੇ ਉਸ ਪਿਆਰੇ ਸ਼ਖਸ ਨੂੰ ਆਪਣੀ ਭੁੱਖ ਦੇ ਲਈ ਉਹਨੂੰ ਉਹਦੀ ਜਾਨ ਕੱਟ ਕੇ ਕੁਰਬਾਨ ਕਰਕੇ ਉਹਦਾ ਭੋਜਨ ਬਣਾਉਣਾ ਖਾਣਾ ਚਾਹੋਗੇ? ਜਾਂ ਕੋਈ ਤੁਹਾਨੂੰ ਇਹ ਕਹੇਗਾ ਕਿ ਜੇ ਇਹਦੇ ਭੁੱਖ ਲੱਗੀ ਕਿ ਆਪਣੇ ਸੰਬੰਧੀ ਨੂੰ ਕੱਟ ਕੇ ਇਹਦਾ ਮਾਸ ਬਣਾ ਕੇ ਖਾ ਲੈ। ਕਹਿੰਦੇ ਨਾ ਤਾਂ ਇਸ ਤਰ੍ਹਾਂ ਦਾ ਕੋਈ ਕਹਿੰਦਾ ਹੈ, ਨਾ ਅਸੀਂ ਇਸ ਤਰ੍ਹਾਂ ਦਾ ਸੋਚਾਂਗੇ। ਇਹਦਾ ਭਾਵ ਇਹ ਹੈ ਕਿ ਅਸੀਂ ਆਪਣੇ ਅੰਦਰ ਮਾਲਕ ਦਾ ਨੂਰ ਸਮਝਦੇ ਹਾਂ, ਦੂਜੇ ਦੇ ਅੰਦਰ ਨਹੀਂ। ਇਸ ਕਰਕੇ ਜਦੋਂ ਅਸੀਂ ਦੂਜੇ ਦੇ ਅੰਦਰ ਨੂਰ ਹੀ ਨਹੀਂ ਸਮਝਦੇ, ਫਿਰ ਭਾਵੇਂ ਹਿੰਸਾ ਕਤਲ ਕਰੀਏ ਨਾ ਕਰੀਏ ਵੱਖਰੀ ਗੱਲ ਹੈ। ਇਸ ਪੱਧਰ 'ਤੇ ਹੀ ਮਨੁੱਖ ਹੁਕਮ ਤੋਂ ਬਾਹਰ ਹੋ ਜਾਂਦਾ ਹੈ ਕਿ ਉਹ ਦੂਜੇ ਦੇ ਅੰਦਰ, ਦੂਜੇ ਦੇ ਜੀਵਨ ਦੇ ਅੰਦਰ ਮਾਲਕ ਦੀ ਹੋਂਦ ਨਹੀਂ ਸਮਝ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤਾ ਨਾਉ ਹਲਾਲ। ਇਸ ਕਰਕੇ ਬਾਣੀ 'ਚ ਵਾਕ ਆਉਂਦੇ ਹਨ ਕਿ ਮਨੁੱਖ ਦੀ ਫਿਤਰਤ ਕੈਸੀ ਹੈ। ਇਸ ਕਰਕੇ ਉਹ ਕਿਤਾਬੇ ਮੀਰਦਾ ਦੀ ਜ਼ਿਕਰ ਆਉਂਦਾ ਹੈ ਕਿ ਜਿਹੜੀਆਂ ਚੀਜ਼ਾਂ ਦਾ ਸਵਾਦ ਬੁੱਧੀ ਦੁਆਰਾ ਲੈਣਾ ਹੁੰਦਾ ਹੈ, ਮਨ ਦੁਆਰਾ ਲੈਣਾ ਹੁੰਦਾ ਹੈ, ਆਪਣੀ ਉਚੇਰੀ ਸੁਰਤ ਦੁਆਰਾ ਲੈਣਾ ਹੁੰਦਾ ਹੈ, ਕਹਿੰਦੇ ਬੰਦਾ ਉਹਦਾ ਸਵਾਦ ਦੰਦਾਂ ਨਾਲ ਚੱਬ ਕੇ ਲੈਂਦਾ। ਇਹ ਮਨੁੱਖ ਦੇ ਪਸ਼ੂ ਹੋਣ ਦਾ ਸਭ ਤੋਂ ਛੋਟਾ ਰੂਪ ਹੈ, ਸਭ ਤੋਂ ਛੋਟਾ, ਕਿ ਜਿਹੜੀਆਂ ਚੀਜ਼ਾਂ ਨੂੰ ਬੁੱਧੀ ਉਚੇਰੀ ਸੁਰਤ ਨਾਲ ਮੰਨਣਾ ਹੈ, ਉਹਨਾਂ ਨੂੰ ਆਪਣੇ ਦੰਦਾਂ ਨਾਲ ਚੱਖ ਕੇ ਅਤੇ ਉਹਦਾ ਭੌਤਿਕ ਸਵਾਦ ਲੈਂਦਾ ਹੈ, ਅਤੇ ਉਹਦੇ ਜਿਹੜੇ ਹੋਰ ਅਰਥ ਬਣੇ ਹਨ ਉਹਨਾਂ ਤੋਂ ਅਣਜਾਣ ਰਹਿੰਦਾ। ਇਸ ਕਰਕੇ ਮਨੁੱਖ ਬੇਖਬਰ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤਾ ਨਾਉ ਹਲਾਲ, ਅਤੇ ਉਹਦਾ ਨਾਮ ਹਲਾਲ ਰੱਖਿਆ ਹੋਇਆ ਹੈ ਕਿ ਇਹਦੀ ਗਤ ਹੋ ਗਈ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜੋਰੀ ਕੀਏ ਜ਼ੁਲਮ ਹੈ। ਹੁਣ ਜੋਰੀ ਕੀਏ ਦੇ ਵਿੱਚ ਇੱਕ ਹੋਰ ਵੀ ਪੱਖ ਹੈ ਕਿ ਇਸ ਸ੍ਰਿਸ਼ਟੀ ਅੰਦਰ ਜਿੰਨੀਆਂ ਵੀ ਮਾਲਕ ਨੇ ਰਚਨਾ ਰਚੀਆਂ ਨੇ, ਚਾਹੇ ਪਸ਼ੂ ਹੈ, ਪੰਛੀ ਨੇ, ਪੌਦੇ ਨੇ, ਬਨਸਪਤੀ ਨੇ, ਮਨੁੱਖ। ਹੁਣ ਜੇ ਗੱਲ ਯਤਨ ਕਰੀਏ ਕਿ ਜੇ ਆਹ ਬਨਸਪਤੀ ਨਾ ਹੋਵੇ, ਕੀ ਇਹ ਬ੍ਰਹਿਮੰਡ ਸੋਹਣਾ ਲੱਗੇਗਾ? ਮਨੁੱਖ ਨੂੰ ਸੁਭਾਵਿਕ ਪ੍ਰਸ਼ਨ ਕੀਤਾ ਜਾਵੇ। ਜਿਹੜੀ ਜੋਰੀ ਕੀਏ ਦੀ ਗੱਲ ਹੈ ਨਾ, ਇਹ ਸਾਨੂੰ ਮਜਬੂਰ ਕਰਦੀ ਹੈ ਕਿ ਇਸ ਚੀਜ਼ ਨੂੰ ਬੜਾ ਗਹਿਰਾ ਵਾਚਿਆ ਜਾਏ। ਜਿੰਨੇ ਸਾਡੇ ਮੰਨ ਲਓ ਸਾਡੇ ਆਲੇ ਦੁਆਲੇ 'ਚ ਪੌਦੇ ਨਾ ਹੋਣ, ਜਾਂ ਇਹ ਜਿੰਨੀ ਰਚਨਾ ਦੂਜੀ ਮਾਲਕ ਨੇ ਰਚੀ ਹੈ ਜੇ ਨਾ ਹੋਵੇ, ਕੀ ਸਾਨੂੰ ਇਹ ਜਗਤ ਸੁਹਾਵਣਾ ਲੱਗੇ? ਸੁਭਾਵਿਕ ਇਸ ਗੱਲ ਨੂੰ ਕਿਸੇ ਨੂੰ ਵੀ ਪੁੱਛੀ ਜਾਵੇ ਨਾ, ਕਿਸੇ ਪੜ੍ਹੇ ਅਨਪੜ੍ਹੇ ਜਿਹਨੂੰ ਮਰਜ਼ੀ ਪੁੱਛ ਲਓ, ਬੱਚੇ ਨੂੰ, ਬੁੱਢੇ ਨੂੰ, ਉਹ ਕਹੇਗਾ ਜੀ ਨਹੀਂ, ਇਹ ਜਗਤ ਚੰਗਾ ਨਹੀਂ ਲੱਗੇਗਾ ਜੇ ਰੁੱਖ ਪਸ਼ੂ ਪੰਛੀ ਆਲੇ ਦੁਆਲੇ ਨਾ ਹੋਣ। ਹੁਣ ਇੱਕ ਹੈ ਮਨੁੱਖ ਜਾਤੀ, ਇੱਕ ਪਸ਼ੂ ਪੰਛੀਆਂ ਅਤੇ ਬਨਸਪਤੀ ਦੀ ਜਾਤੀ ਹੈ। ਜਿੰਨਾ ਇਸ ਸ੍ਰਿਸ਼ਟੀ ਦੇ ਉੱਪਰ ਮਨੁੱਖ ਦਾ ਹੱਕ ਹੈ, ਉਨਾ ਹੀ ਦੂਜੀਆਂ ਪ੍ਰਜਾਤੀਆਂ, ਦੂਜੀਆਂ ਜੀਵਨ ਦੀਆਂ ਹੋਂਦਾਂ ਦਾ ਵੀ ਹੈ। ਪਰ ਮਨੁੱਖ ਆਪਣੇ ਹੋਂਦ ਨੂੰ ਜ਼ਿਆਦਾ ਵੱਡਾ ਸਾਬਤ ਕਰਨ ਦੇ ਲਈ ਜਿਹੜੀਆਂ ਦੂਜੀਆਂ ਜੂਨਾਂ ਨੂੰ, ਦੂਜੀਆਂ ਰਚਨਾਵਾਂ ਨੂੰ ਮਾਲਕ ਨੇ ਧਰਤੀ ਦੀ ਸੇਵਾ ਵਿੱਚ ਲਗਾਇਆ ਹੋਇਆ ਹੈ, ਉਹਨਾਂ ਨੂੰ ਉਹਨਾਂ ਦੀ ਉਸ ਸੇਵਾ ਦੇ ਕਰਮ ਤੋਂ ਹਟਾ ਕੇ ਆਪਣੇ ਹਿੱਤ ਲਈ ਵਰਤਦਾ ਹੈ। ਇਸ ਕਰਕੇ ਇਹ ਵੀ ਜੋਰੀ ਕੀਏ ਹੈ। ਉਦਾਹਰਨ ਦੇ ਤੌਰ 'ਤੇ ਮੋਰ ਹੈ। ਮੋਰ ਆਪਣੀ ਪੰਖਾਂ ਦੀ ਸੁੰਦਰਤਾ ਦੇ ਨਾਲ ਇਸ ਜਗਤ ਨੂੰ ਖੂਬਸੂਰਤ ਬਣਾ ਰਿਹਾ ਹੈ। ਇੱਕ ਕੋਇਲ ਹੈ, ਉਹ ਆਪਣੀ ਆਵਾਜ਼ ਨਾਲ ਬਣਾ ਰਹੀ ਹੈ। ਇੱਕ ਚਿੜੀ ਹੈ, ਉਹਦਾ ਛੋਟਾ ਜਿਹਾ ਸੰਗੀਤ ਅੰਮ੍ਰਿਤ ਵੇਲੇ ਦੀ ਧੁਨ ਦੇ ਵਿੱਚ ਮਧੁਰਤਾ ਘੋਲਦਾ ਹੈ। ਪਰ ਜਦੋਂ ਮਨੁੱਖ ਇਹਨਾਂ ਦੇ ਜੀਵਨ ਦੇ ਵੱਡੇ ਅਰਥ ਨਹੀਂ ਸਮਝਦਾ ਅਤੇ ਇਹਨਾਂ ਨੂੰ ਕੱਟਣਾ ਹੀ ਆਪਣਾ ਧਰਮ ਸਮਝਦਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਰੀ ਕੀਏ। ਉਂਝ ਦੇਖੋ ਉਦਾਹਰਨ ਦੇ ਤੌਰ 'ਤੇ ਕਈ ਵਾਰੀ ਹੁਣ ਨਾ ਇੱਕ ਵਿਸ਼ਾ ਚੱਲਦਾ, ਬੰਦੇ ਦੀ ਜਿਹੜੀ ਡਿਪਰੈਸ਼ਨ ਦੀ ਸਮੱਸਿਆ ਨਾ, ਉਹਨੂੰ ਇੱਕ ਠੀਕ ਕਰਨ ਦੀ ਇੱਕ ਵਿਧੀ ਆਈ, ਉਹਦੇ ਵਿੱਚ ਸਾਊਂਡ ਸੁਣਾਉਂਦੇ ਨੇ। ਤਾਂ ਉਹ ਬੜਾ ਮਹਿੰਗਾ ਕੰਮ ਚੱਲ ਰਿਹਾ, ਜੇ ਇੰਡੀਆ ਦੇ ਵਿੱਚ ਇੰਨਾ ਇੰਟਰੋਡਿਊਸ ਨਹੀਂ ਹੋਇਆ। ਉਹਦੇ ਵਿੱਚ ਕੀ ਕੀਤਾ ਜਾਂਦਾ ਕਿ ਬੰਦੇ ਨੂੰ ਜਿਹੜਾ ਇਸ ਬਿਮਾਰੀ ਵਿੱਚ ਚਲਿਆ ਜਾਂਦਾ, ਉਹਨੂੰ ਕਈ ਦਫਾ ਘੰਟੇ ਜਿਹੜਾ ਹੈ ਉਹਦੇ ਸਰੀਰ ਨੂੰ ਕੰਬਣ ਲਗਾ ਕੇ ਅਤੇ ਕੰਨਾਂ ਨੂੰ ਉਹਦੇ ਗਹਿਰਾ ਸੰਗੀਤ ਸੁਣਾਇਆ ਜਾਂਦਾ ਅਤੇ ਮੰਨਦੇ ਨੇ ਕਿ ਠੀਕ ਹੁੰਦਾ। ਅਤੇ ਉਹਦੇ ਅੰਦਰ ਸੰਗੀਤ ਕੀ ਹੈ, ਕੋਇਲ, ਚਿੜੀ ਅਤੇ ਹੋਰ ਜਿੰਨੇ ਜਾਨਵਰ ਨੇ ਜਿਨ੍ਹਾਂ ਦੀਆਂ ਆਵਾਜ਼ਾਂ ਬੜੀਆਂ ਕੋਮਲ ਨੇ, ਉਹਨਾਂ ਸਾਰਿਆਂ ਦਾ ਮਿਕਸ ਅਪ ਸੰਗੀਤ ਹੈ ਉਹਦੇ ਵਿੱਚ। ਬੰਦਾ ਇਸ ਅਰਥ ਨੂੰ ਸਮਝਣ ਦੀ ਬਜਾਏ ਕਿ ਜੇ ਮੇਰੇ ਨਾਲ ਧਰਤੀ ਦੀ ਖੂਬਸੂਰਤੀ ਹੈ ਅਤੇ ਇੱਕ ਛੋਟੀ ਕੀੜੀ ਦੇ ਨਾਲ ਵੀ ਧਰਤੀ ਦੀ ਖੂਬਸੂਰਤੀ ਹੈ, ਕਿਉਂਕਿ ਧਰਤੀ 'ਤੇ ਉੱਦਮ ਦਾ ਪੈਗਾਮ ਲੈ ਕੇ ਚੱਲ ਰਹੀ ਹੈ ਕਿ ਕਦੀ ਨਹੀਂ ਠਹਿਰਦੀ।
ਇਸ ਕਰਕੇ ਬੰਦਾ ਰੂਹਾਨੀ ਤਹਿਜੀਬ ਤੋਂ ਸੱਖਣਾ ਹੋ ਜਾਂਦਾ ਹੈ। ਜਦੋਂ ਸੱਖਣਾ ਹੋ ਜਾਂਦਾ ਹੈ ਫਿਰ ਉਹ ਧਰਤੀ 'ਤੇ ਇਸ ਤਰ੍ਹਾਂ ਦੇ ਸਾਰੇ ਕੰਮ ਕਰਦਾ ਹੈ, ਇਕੱਲਾ ਇੱਕ ਨਹੀਂ ਸਾਰੇ ਹੀ ਕਰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਰੀ ਕੀਏ। ਜੋਰੀ ਕੀਏ ਦਾ ਇਹ ਭਾਵ ਹੈ। ਇੱਕ ਜੋਰੀ ਕੀਏ ਦਾ ਹੋਰ ਵੀ ਭਾਵ ਹੈ ਕਿ ਜਦੋਂ ਮਨੁੱਖ ਹਉਮੈ ਵਿੱਚ ਹੁੰਦਾ ਹੈ ਉਦੋਂ ਆਪਣੇ ਆਪ ਨੂੰ ਸਰਵਉੱਚ ਸਮਝਦਾ ਹੈ, ਪਰ ਜੇ ਹੁਕਮ ਦੇ ਵਿੱਚ ਹੀ ਬੰਦਾ ਆਪਣੇ ਆਪ ਨੂੰ ਵਾਚ ਲਵੇ ਨਾ ਤਾਂ ਸਾਰੀਆਂ ਜੂਨਾਂ ਤੋਂ ਪਿੱਛੇ ਸਾਬਤ ਹੋ ਜਾਏਗਾ ਜੇ ਹੁਕਮ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਵਾਚੇ। ਉਦਾਹਰਨ ਦੇ ਤੌਰ 'ਤੇ ਇੱਕ ਮਨੁੱਖ ਦੂਜੇ ਦੇ ਲਈ 50 ਸਾਲ ਮਰਦਾ ਹੈ, ਉਹਦੀ ਵਫਾਦਾਰੀ ਫਿਰ ਟੁੱਟ ਜਾਂਦੀ ਹੈ। ਇੱਕ ਕੂਕਰ ਨੂੰ ਕੁਝ ਨਹੀਂ ਮਿਲ ਰਿਹਾ, ਉਹ ਤਾਂ ਵੀ ਮਾਲਕ ਦੀ ਵਫਾਦਾਰੀ ਨਹੀਂ ਛੱਡਦਾ। ਬੰਦੇ ਦੀ ਹੋਂਦ ਫਿਰ ਕੁੱਤੇ ਨਾਲੋਂ ਪਿੱਛੇ ਹੋ ਗਈ ਨਾ, ਕਿ ਉਹ ਵਫਾਦਾਰੀ ਦਾ ਨਿਯਮ ਫਿਰ ਵੀ ਨਹੀਂ ਛੱਡ ਰਿਹਾ। ਇਸੇ ਤਰ੍ਹਾਂ ਹੀ ਮਨੁੱਖ ਸਾਰੀਆਂ ਜੂਨਾਂ ਦੇ ਵਿੱਚ ਕਰ ਲਵੇ। ਮਨੁੱਖ ਮੋਰ ਦੇ ਸਾਹਮਣੇ ਆਪਣੇ ਆਪ ਨੂੰ ਰੱਖ ਲਏ, ਉਹਦੀ ਸੁੰਦਰਤਾ ਜੇ ਮੰਨ ਲਓ ਅਸੀਂ ਉਹਨੂੰ ਸੁੰਦਰਤਾ ਤੋਂ ਵਿਹੂਣਾ ਵੀ ਕਰ ਦਿੰਦੇ ਹਾਂ। ਜਿਵੇਂ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਇਸ ਗੱਲ ਦਾ ਕਿ ਕਈ ਜਿਹੜੇ ਖੋਟੀ ਮੱਤ ਵਾਲੇ ਬੰਦੇ ਹਨ ਉਹ ਜਿਹੜਾ ਮੋਰ ਆਦਿਕ ਜਾਨਵਰਾਂ ਦਾ ਸ਼ਿਕਾਰ ਕਰਕੇ ਤੇ ਉਹਨਾਂ ਦੇ ਜਬਰੀ ਖੰਭ ਨੋਚਦੇ ਹਨ। ਭਾਵੇਂ ਮੋਰ ਦੇ ਜਬਰੀ ਖੰਭ ਨੋਚੇ ਹਨ ਪਰ ਉਹਦੇ ਨੋਚੇ ਹੋਏ ਖੰਭ ਫਿਰ ਵੀ ਸਾਡੇ ਘਰ ਦੀ, ਸਾਡੀਆਂ ਆਰਟ ਗੈਲਰੀਆਂ ਦੀ ਖੂਬਸੂਰਤੀ ਵਧਾਉਂਦੇ ਹਨ। ਫਿਰ ਸੁੰਦਰਤਾ ਤੋਂ ਮੋਰ ਫਿਰ ਵੀ ਸਾਡੇ ਤੋਂ ਅੱਗੇ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਰੀ ਕੀਏ। ਆਪਣੇ ਆਪ ਨੂੰ ਜੇ ਸਰਦਾਰ ਜੂਨ ਸਮਝ ਲਿਆ ਤਾਂ ਸਾਰੀਆਂ ਜੂਨਾਂ ਨੂੰ ਹੁਕਮ ਦੇ ਰੂਪ ਵਿੱਚ ਅੱਗੇ ਰੱਖ ਕੇ ਦੇਖ ਕਿ ਤੇਰੇ ਨਾਲੋਂ ਵੱਧ ਜਿਹੜੀਆਂ ਜੂਨਾਂ ਜਿਨ੍ਹਾਂ ਨੂੰ ਤੂੰ ਪਸ਼ੂ ਕਹਿੰਦਾ ਹੈ ਧਰਤੀ ਦੀ ਸੇਵਾ ਉਹ ਵੱਧ ਕਰ ਰਹੀਆਂ ਹਨ, ਜਾਂ ਉਹਨਾਂ ਦੇ ਗੁਣ ਦੀ ਤਬੀਅਤ ਜ਼ਿਆਦਾ ਵੱਡੀ ਧਰਤੀ ਦੀ ਸੇਵਾ ਕਰ ਰਹੀ ਹੈ, ਅਤੇ ਕੇਵਲ ਤੇਰਾ ਇੱਕ ਦੇਹ ਪਾਲਣ ਦਾ ਮਕਸਦ ਹਜ਼ਾਰਾਂ ਜੀਵਾਂ ਦੇ ਲਈ ਸੰਕਟ ਬਣ ਜਾਂਦਾ ਅਤੇ ਉਹਨੂੰ ਧਰਮ ਦੇ ਨਾਂ 'ਤੇ ਸਟੈਬਲਿਸ਼ ਕਰ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤਾ ਨਾਉ ਹਲਾਲ। ਇਸ ਕਰਕੇ ਜੋਰੀ ਕੀਏ ਸ਼ਬਦ ਕਿੰਨਾ ਡੀਪ ਹੈ। ਇੱਕ ਜੋਰੀ ਕੇ ਸ਼ਬਦ ਦਾ ਹੋਰ ਵੀ ਭਾਵ ਹੈ ਕਿ ਜਦੋਂ ਮਨੁੱਖ ਨੂੰ ਆਪਣੇ ਤਾਣ ਦਾ ਠੀਕ ਗਿਆਨ ਹੋਵੇ ਨਾ ਅਤੇ ਫਿਰ ਉਹਨੂੰ ਸਮਝ ਲੱਗਦੀ ਹੈ ਕਿ ਇਹ ਤਾਣ ਹਉਮੈ ਦੇ ਵਿੱਚ ਗਲਵੈਨਾਈਜ਼ਡ ਨਹੀਂ ਹੋਣਾ ਚਾਹੀਦਾ, ਇਹ ਇੱਕ ਵੱਖਰੀ ਸੇਵਾ ਦੇ ਵਿੱਚ ਰਹਿਣਾ ਚਾਹੀਦਾ। ਮਤਲਬ ਇਹਨੂੰ ਸਰਲ ਕਹਿਣਾ ਹੋਵੇ ਇਸ ਤਰ੍ਹਾਂ ਕਹਿ ਸਕਦੇ ਕਿ ਮਨੁੱਖ ਸੋਚੇ ਕਿ ਜਿਹੜਾ ਮੇਰਾ ਤਾਣ ਹੈ ਉਹ ਕਿੱਥੋਂ ਪੈਦਾ ਹੋਇਆ, ਉਹ ਇਸ ਧਰਤੀ ਵਿੱਚੋਂ ਪੈਦਾ ਹੋਇਆ ਜਦੋਂ ਮੇਰੇ 4 ਤੱਤਾਂ ਦੀ ਦੇਹ ਘੜੀ ਗਈ। ਹੁਣ ਉਹਦੇ ਵਿੱਚ ਉਦਾਹਰਨ ਦੇ ਤੌਰ 'ਤੇ ਸਾਨੂੰ ਹਿੰਸਾ ਦਾ ਗਿਆਨ ਕਦੋਂ ਹੁੰਦਾ? ਕਦੀ ਇਸ ਗੱਲ ਦੀ ਸੁਭਾਅ ਨਾ ਦੇਖਣਾ ਕਿ ਜਦੋਂ ਬੱਚਾ ਜਿਹੜਾ ਨਾ ਬੜੀ ਲੇਟ ਆ ਕੇ ਹਿੰਸਾ ਸ਼ੁਰੂ ਕਰਦਾ। ਕਈ ਵਾਰੀ ਦੇਖਣਾ ਬੱਚਿਆਂ ਦਾ ਸੁਭਾਅ ਕਿ ਉਹ ਕਿਸੇ ਕੋਲੋਂ ਮਾਰ ਖਾ ਲੈਣ ਤਾਂ ਅੱਗੇ ਉਹਦਾ ਪ੍ਰਤੀ ਉੱਤਰ ਨਹੀਂ ਦਿੰਦੇ, ਰਿਐਕਟ ਨਹੀਂ ਕਰਦੇ। ਉਹ ਮਾਰ ਦੇ ਨਾਲ ਰੋਂਦੇ ਰੋਂਦੇ ਘਰ ਆ ਜਾਂਦੇ ਨੇ, ਆ ਕੇ ਆਪਣਾ ਦਰਦ ਸਾਂਝਾ ਕਰ ਲੈਂਦੇ ਨੇ। ਇਸ ਕਰਕੇ ਜਿਹੜੀ ਮਾਲਕ ਨੇ ਸਾਡੇ ਅੰਦਰ ਜੀਵਨ ਦਾ ਤਾਣ ਪੈਦਾ ਕੀਤਾ ਸੀ ਉਹਦੇ ਵਿੱਚ ਤਾਂ ਦੂਜੇ 'ਤੇ ਹਿੰਸਾ ਕਰਨ ਦਾ ਕੋਈ ਖਿਆਲ ਹੀ ਨਹੀਂ ਸੀ। ਜਿਉਂ-ਜਿਉਂ ਸਾਡਾ ਮਨ, ਸਾਡੀ ਬੁੱਧ ਅਤੇ ਸਾਡੇ ਅੰਦਰ ਦੇ ਵਿਗਾੜ ਪੈਦਾ ਹੁੰਦੇ ਗਏ ਉਵੇਂ ਸਾਨੂੰ ਲੱਗਾ ਕਿ ਅਸੀਂ ਹਿੰਸਾ ਦੁਆਰਾ ਆਪਣੀ ਹਸਤੀ ਜਿਹੜੀ ਹੈ ਜ਼ਿਆਦਾ ਸਟੈਬਲਿਸ਼ ਕਰ ਸਕਦੇ ਹਾਂ। ਫਿਰ ਉਸ ਹਿੰਸਾ ਦੇ ਵਿੱਚ ਬੰਦਾ ਸਮਝਦਾ ਹੈ ਕਿ ਪਸ਼ੂ ਚੀਕ ਨਹੀਂ ਮਾਰ ਸਕਦਾ ਜਾਂ ਪਸ਼ੂ ਕਿਸੇ ਅਦਾਲਤ ਵਿੱਚ ਮੁਕੱਦਮਾ ਨਹੀਂ ਕਰ ਸਕਦਾ ਅਤੇ ਇਹ ਮੇਰੇ ਮਾਰਨ ਦਾ ਹੱਕਦਾਰ ਹੈ। ਇਸ ਕਰਕੇ ਜੋਰੀ ਕੀਏ ਸ਼ਬਦ ਦਾ ਇਹ ਵੀ ਭਾਵ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤਾ ਨਾਉ ਹਲਾਲ। ਹੁਣ ਮਨੁੱਖ ਦੇ ਜੋਰੀ ਕੀਏ ਦੇ ਵਿੱਚ ਇੱਕ ਹੋਰ ਸਮੱਸਿਆ ਹੈ ਕਿ ਉਹ ਜਦੋਂ ਧਰਤੀ 'ਤੇ ਜੀਵਨ ਜਿਉਂਦਾ ਹੈ ਅਤੇ ਜੀਵਨ ਦੀ ਹੋਂਦ ਲਈ ਜਿੰਨਾ ਕੁਝ ਜ਼ਰੂਰੀ ਹੈ ਉਹਨੂੰ ਉਹਦੀ ਪਛਾਣ ਨਹੀਂ ਹੈ। ਵਿਸ਼ਵ ਦੀ ਫੂਡ ਸਾਇੰਸ ਦੇ ਐਨਾਲਿਸਿਸ ਇਹ ਆਖਦੇ ਹਨ ਕਿ ਦੁਨੀਆ ਦੇ ਵਿੱਚ 34% ਬੰਦੇ ਵੱਧ ਭੋਜਨ ਖਾਣ ਨਾਲ ਮਰਦੇ ਹਨ। ਜਿਹੜੀ ਵਰਲਡ ਦੀ ਫੂਡ ਸਾਇੰਸ ਦੇ ਐਨਾਲਿਸਿਸ ਉਹ ਇਸ ਗੱਲ 'ਤੇ ਹਨ ਕਿ ਦੁਨੀਆ ਦੇ 34% ਬੰਦੇ, ਮੰਨ ਲਓ ਜੇ 100 ਮੌਤ ਹੋ ਰਹੀ ਹੈ ਭੋਜਨ ਦੇ ਨੁਕਤੇ ਤੋਂ ਤਾਂ ਉਹਦੇ 'ਚੋਂ 34 ਬੰਦੇ ਵੱਧ ਅਤੇ ਅਣਉਚਿਤ ਖਾਣ ਦੇ ਨਾਲ ਮਰਦੇ ਹਨ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਰੀ ਕੀਏ ਜ਼ੁਲਮ ਹੈ। ਇਸ ਕਰਕੇ ਮਨੁੱਖ ਆਪਣੀ ਦੇਹ ਦੇ ਭੋਜਨ ਦੇ ਗਿਆਨ ਤੋਂ ਸੱਖਣਾ ਹੈ। ਇਸ ਕਰਕੇ ਸਾਰਾ ਹੀ ਉਹਦੇ ਹੁਕਮ ਵਿੱਚ ਸਾਰੀ ਗੱਲ ਆਉਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤਾ ਨਾਉ ਹਲਾਲ। ਕਮਾਲ ਕਿੱਡੀ ਵੱਡੀ ਗੱਲ ਉਹਦਾ ਨਾਮ ਹਲਾਲ ਰੱਖਿਆ ਹੈ। ਜੇ ਕੋਈ ਸੁਗੜ ਪੁਰਸ਼ ਉਹਨੂੰ ਸਵਾਲ ਕਰਦੇ ਉਹਨੂੰ ਕਹਿੰਦਾ ਜੀ ਇਹ ਸਾਡੇ ਧਰਮ ਦੀ ਮਰਜ਼ਾਦਾ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਰੀ ਕੀਏ ਦੇ ਵਿੱਚ ਇੱਕ ਨੁਕਸ ਸਾਨੂੰ ਗੁਰਬਾਣੀ ਨੇ ਵੀ ਸਿਖਾਇਆ, ਦੱਸਿਆ ਹੋਇਆ। ਬਾਬਾ ਹੁਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀ ਹੈ, ਮਨ ਮੈਂ ਚੱਲੈ ਵਿਕਾਰ। ਜਿਹੜੇ ਰੂਹਾਨੀ ਤਹਿਜੀਬ 'ਚ ਬੰਦੇ ਹਨ
ਉਹ ਭੋਜਨ ਵੀ ਉਦੋਂ ਗ੍ਰਹਿਣ ਕਰਦੇ ਹਨ ਜਦੋਂ ਦੇਹ ਨੇ ਬਿਲਕੁਲ ਮੰਗ ਕੀਤੀ ਹੈ ਭੋਜਨ ਦੀ। ਉਸ ਤੋਂ ਪਹਿਲਾਂ ਆਪਣੀ ਸਵਾਦ ਦੀ ਜਾਂ ਆਪਣੇ ਲਾਲਚ ਦੀ ਜਾਂ ਆਪਣੇ ਲੋਭ ਦੀ ਮਨਸ਼ਾ ਤਹਿਤ ਭੋਜਨ ਵੀ ਨਹੀਂ ਕਰਦੇ, ਕਿਉਂਕਿ ਉਹ ਸਮਝਦੇ ਨੇ ਕਿ ਧਰਤੀ 'ਤੇ ਜਿਹੜਾ ਭੋਜਨ ਹੈ ਇਹਦੇ ਵੀ ਬੜੇ ਵੱਡੇ ਅਰਥ ਹਨ। ਇਸ ਕਰਕੇ ਬਾਣੀ 'ਚ ਵਾਕ ਆਉਂਦਾ ਹੈ, ਪੰਜਵਾਂ ਪਾਇਆ ਕਿਰਤਤਾ ਹੋਆ ਪਾਕ ਪਵਿੱਤ। ਗੁਰੂ ਸਾਹਿਬ ਜੀ ਨੂੰ ਦੇਵਤਿਆਂ ਦੀ ਸੰਗਿਆ ਦਿੱਤੀ ਹੋਈ ਹੈ, ਅੰਨ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਕਿ ਭਾਵ ਕਿ ਇਹਦੇ ਦੇ ਅੰਦਰ ਇੱਕ ਐਨਰਜੀ ਹੈ। ਜਿਵੇਂ ਅੰਨ ਨੂੰ ਭਗਵਾਨ ਵੀ ਕਿਹਾ ਜਾਂਦਾ ਕਿ ਇਹ ਤੇਰੇ ਜੀਵਨ ਨੂੰ ਜਿਉਂਦਾ ਰੱਖੇਗਾ, ਪਰ ਉਸੇ ਅੰਨ ਦੇ ਰੂਪ ਨੂੰ ਇੱਕ ਪਸ਼ੂ ਦੀ ਹੋਂਦ ਨਾਲ ਜੋੜ ਕੇ ਬੰਦਾ ਪੂਰਾ ਕਰਨਾ ਚਾਹੇ, ਅਜਿਹੀ ਹੈ ਵਾਨੀਅਤ ਧਰਤੀ 'ਤੇ ਕਿਧਰੇ ਹੋਰ ਨਹੀਂ ਪਈ। ਇਸ ਕਰਕੇ ਉਦਾਹਰਨ ਦੇ ਜਿਵੇਂ ਕਈ ਨਾ ਇਸ ਗੱਲ 'ਚ ਦਲੀਲ ਦਿੰਦੇ ਨੇ ਜੀ ਸ਼ੇਰ ਵੀ ਤਾਂ ਸ਼ਿਕਾਰ ਕਰਦਾ, ਪਰ ਕਦੇ ਸ਼ੇਰ ਦੀ ਤਬੀਅਤ ਨੋਟ ਕਰਿਓ, ਉਹ ਸਾਲ ਦੇ ਵਿੱਚ ਬਹੁਤ ਘੱਟ ਦਫਾ ਸ਼ਿਕਾਰ ਕਰਦਾ ਹੈ। ਉਹਦੇ ਅੰਦਰ ਦੀ ਉਹਦੀ ਚੀਜ਼ ਹੀ ਇਹਦੀ ਬਣੀ ਹੋਈ ਹੈ। ਉਹਦੇ ਇਸ ਸੰਬੰਧ ਦੇ ਵਿੱਚ ਜਿਹੜੇ ਜਾਨਵਰਾਂ ਦੇ ਐਨਾਲਿਸਿਸ ਕਰਨ ਵਾਲੇ ਉਹਨਾਂ ਨੇ ਬੜੀਆਂ ਕਮਾਲ ਦੀਆਂ ਗੱਲਾਂ ਦੱਸੀਆਂ ਹੋਈਆਂ ਨੇ ਕਿ ਸ਼ੇਰ ਦੀ ਸ਼ਿਕਾਰ ਕਰਨ ਦੀ ਤਬੀਅਤ ਕਿਉਂ ਹੈ, ਕਿ ਉਹ ਕਿਸ ਕਰਕੇ ਸ਼ਿਕਾਰ ਕਰਦਾ ਹੈ। ਉਹਦੇ ਕੋਲੋਂ ਉਦਾਹਰਨ ਦੇ ਤੌਰ 'ਤੇ ਉਹਦੇ ਦੰਦਾਂ ਦੀ ਬਣਤਰੀ ਐਵੇਂ ਦੀ ਹੈ ਕਿ ਉਹ ਜਿਹੜੇ ਘਾਹ ਆਦਿਕ ਦੇ ਰੂਪ ਨੇ ਉਹਨਾਂ ਨੂੰ ਲੈ ਹੀ ਨਹੀਂ ਸਕਦਾ ਆਪਣੇ ਅੰਦਰ। ਇਸ ਕਰਕੇ ਉਹ ਸਾਰੇ ਉਹਦੇ ਅੰਦਰ ਬੜੀ ਸਾਇੰਸ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਰੀ ਕੀਏ ਜ਼ੁਲਮ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਵਕਾਰ। ਬੰਦਾ ਮਾਸ ਖਾ ਕੇ ਵੀ ਪੀੜ ਨਹੀਂ ਹੁੰਦੀ, ਜਿਹੜੇ ਰੂਹਾਨੀ ਤਹਿਜੀਬ ਵਾਲੇ ਹਨ ਉਹ ਕਿਤੇ ਲੋੜ ਤੋਂ ਵੱਧ ਖਾ ਲੈਣ ਉਹਦੀ ਵੀ ਪੀੜ ਹੁੰਦੀ ਹੈ ਕਿ ਧਰਤੀ ਦੇ ਅੰਨ ਦੇ ਇੰਨੇ ਹਿੱਸੇ ਦਾ ਵਿਅਰਥ ਪ੍ਰਯੋਗ ਅਸੀਂ ਕਰ ਲਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤਾ ਨਾਉ ਹਲਾਲ, ਇਹਦਾ ਨਾਮ ਹਲਾਲ ਰੱਖਿਆ ਹੋਇਆ। ਗੁਰਬਾਣੀ 'ਚ ਵਾਕ ਆਉਂਦੇ ਨੇ, ਰੋਜ਼ਾ ਧਰੈ ਮਨਾਵੈ ਅੱਲੋ ਸਵਾਦਤ ਜੀ ਸੰਘਾਰੈ, ਆਪਾ ਦੇ ਖਬਰ ਤੱਕ ਦੇਖੈ ਕਾਹੇ ਕਉ ਚੱਖ ਮਾਰੈ। ਕਹਿੰਦੇ ਰੋਜ਼ਾ ਰੱਖਿਆ, ਰੋਜ਼ਿਆਂ ਦੀ ਸਮਾਪਤੀ ਹੋਈ, ਜਾਨਵਰਾਂ ਦੀ ਬਲੀ ਦੇ ਦਿੱਤੀ, ਕਿਆ ਅੱਲਾ ਖੁਸ਼ ਹੋ ਗਿਆ? ਪਰ ਇਹਦੇ ਵਿੱਚ ਆਪਣਾ ਆਪ ਤਾਂ ਦੱਸਿਆ ਨਹੀਂ ਕਿ ਸਾਡੀ ਹਉਮੈ ਫਸੀ ਰਹੀ ਅਤੇ ਇੱਕ ਜੀਵ ਦੇ ਕਤਲ ਦੇ ਨਾਲ ਆਪਣੀ ਜ਼ੁਬਾਨ ਦਾ ਸਵਾਦ ਭੋਗਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਉਂ ਇਹੋ ਜਿਹਾ ਚੱਖ ਮਾਰਦੇ ਹੋ? ਕਹਿਤਾ ਨਾਉ ਹਲਾਲ, ਅਤੇ ਉਹਦਾ ਨਾਮ ਹਲਾਲ ਰੱਖਿਆ। ਹੁਣ ਇਹ ਵੀ ਅਗਲਾ ਇੱਕ ਨੁਕਤਾ ਹੋਰ ਸਾਂਝਾ ਕਰਦੇ ਹਾਂ। ਕੋਈ ਕਹੇਗਾ ਜੀ ਇਹ ਤਾਂ ਇਸਲਾਮ ਦਾ ਸਿਧਾਂਤ ਹੈ ਅਤੇ ਇਸਲਾਮ ਇੰਨੇ ਸਾਲਾਂ ਤੋਂ ਇਹ ਕਰਮ ਕਰਦਾ ਆ ਰਿਹਾ, ਫਿਰ ਇਹਦੇ ਵਿੱਚ ਗਲਤ ਕੀ ਹੈ ਜੇ ਉਹ ਕਰਦਾ ਜਾ ਰਿਹਾ? ਇਸ ਕਰਕੇ ਉਹ ਜਿਹੜੀ ਮੈਨੂੰ ਕਿਸੇ ਦਫਾ ਕਿਸੇ ਨੇ ਨਾ, ਇਹ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਕਿਸੇ ਨੇ ਪੁੱਛਿਆ ਸੀ ਕਿ ਜੀ ਵੇਖੋ ਹਰੇਕ ਜੀਵ ਨੇ ਮਰਨਾ ਤਾਂ ਹੈਗਾ ਹੀ ਹੈ, ਅਤੇ ਜੇ ਉਹਨੂੰ ਖਾਣ ਦੇ ਲਈ ਅਰਥ ਮਾਰ ਲਿਆ ਜਾਵੇ ਤਾਂ ਇਹਦੇ 'ਚ ਕੀ ਗਲਤ ਹੈ? ਮੈਂ ਕਿਹਾ ਜੀ ਖਾਣ ਦੇ ਲਈ ਮਾਰਨਾ ਤਾਂ ਗਲਤ ਹੈ ਜੇ ਜਦੋਂ ਜੀਵ ਨੂੰ ਪੈਦਾ ਕੀਤਾ ਗਾ ਤੈਨੂੰ ਪੁੱਛਿਆ ਤਾਂ ਨਹੀਂ ਗਿਆ ਵੀ ਆਹ ਬੱਕਰਾ ਤੇਰੇ ਲਈ ਬਣਾਈਏ ਕਿ ਨਾ ਬਣਾਈਏ? ਅਕਾਲ ਪੁਰਖ ਨੇ ਪੁੱਛਿਆ ਤਾਂ ਨਹੀਂ ਤੈਨੂੰ ਵੀ ਆਹ ਜਿਹੜਾ ਜਾਨਵਰ ਹੈ ਤੈਨੂੰ ਭੁੱਖ ਲੱਗਣੀ ਹੈ ਜਦੋਂ ਤੈਨੂੰ ਦੁਨੀਆ 'ਤੇ ਭੇਜਾਂਗਾ? ਭਾਵ ਕਿ ਤੁਸੀਂ ਦੋਵੇਂ ਅਕਾਲ ਪੁਰਖ ਤੋਂ ਪੈਦਾ ਹੋਏ ਆ ਨਾ, ਅਸੀਂ ਇੱਕ ਬੱਕਰਾ ਅਤੇ ਇੱਕ ਤੂੰ। ਤੈਨੂੰ ਤਾਂ ਪੁੱਛਿਆ ਨਹੀਂ ਗਿਆ ਕਿ ਭਾਈ ਤੂੰ ਦੁਨੀਆ 'ਤੇ ਜਾਣਾ, ਤੈਨੂੰ ਭੁੱਖ ਲੱਗਣੀ ਹੈ ਅਤੇ ਇੱਕ ਬੱਕਰਾ ਵੀ ਤੇਰੇ ਲਈ ਤਿਆਰ ਕਰਕੇ ਭੇਜ ਦਈਏ? ਮੈਂ ਕਿਹਾ ਨਹੀਂ ਨਾ ਪੁੱਛਿਆ ਗਿਆ। ਕਹਿੰਦਾ ਨਹੀਂ। ਅਤੇ ਮੈਂ ਕਿਹਾ ਫਿਰ ਮਾਰਨ ਵੇਲੇ ਜਿਹੜੀ ਹੱਕ ਹੈ ਇਹ ਤੂੰ ਕਿਸ ਆਧਾਰ 'ਤੇ ਲੈ ਸਕਦਾ ਹੈ? ਇਹਦਾ ਤਾਂ ਹੱਕ ਤਾਂ ਤੇਰੇ ਕੋਲ ਹੈ ਹੀ ਨਹੀਂ। ਇਸ ਕਰਕੇ ਦੂਜੀ ਗੱਲ ਇਹ, ਪਹਿਲੀ ਗੱਲ। ਦੂਜੀ ਗੱਲ ਹੈ ਨਿਸ਼ਚਿਤ ਮੌਤ ਮਰਨਾ ਹੁਕਮ ਵਿੱਚ ਹੈ, ਔਰ ਠੀਕ ਹੈ ਉਹ ਮਰੇਗਾ, ਪਰ ਉਹਦੀ ਜਿਹੜੀ ਪਹਿਲੀ ਮੌਤ ਕਰਕੇ ਤੂੰ ਕਰਮ ਕਰਦਾ ਹੈ, ਠੀਕ ਹੈ ਉਹਦੀ ਹੋਂਦ ਖਤਮ ਹੋ ਜਾਏ ਚੰਗੀ ਗੱਲ ਹੈ, ਕਰ ਵੀ ਦੇ ਕੋਈ ਨਾ, ਪਰ ਉਹਦੇ ਕਰਮ ਦਾ ਜਿਹੜਾ ਭਾਵ ਤੇਰੇ ਨਾਲ ਜੁੜਨਾ ਹੈ, ਇਹਦੇ ਤੋਂ ਬਰੀ ਹੋਣ ਦਾ ਜਾਂ ਇਹਦੀ ਦਲੀਲ ਦਾ ਤੇਰੇ ਕੋਲੋਂ ਕੀ ਰੂਪ ਹੈ? ਕਿਉਂ ਜੇ ਮਰਨੇ ਠੀਕ ਆ, ਮਰਨ ਜਿਵੇਂ ਮਰਜ਼ੀ ਕੁਦਰਤੀ ਮੌਤ 'ਚ ਹਜ਼ਾਰਾਂ ਜਾਨਵਰ ਮਰਦੇ ਨੇ, ਪਰ ਇਹਨੂੰ ਪਹਿਲਾਂ ਮਰਨ ਅਤੇ ਮਾਰਨ ਦੇ ਵਿੱਚ ਜਿਹੜੀ ਹਉਮੈ ਕੰਮ ਕਰ ਰਹੀ ਹੈ, ਇਹਦੇ ਰੂਪ ਦਾ ਤੂੰ ਕੀ ਉੱਤਰ ਦੇਵੇਂਗਾ? ਉਸ ਇਨਸਾਨ ਕੋਲੋਂ ਕੋਈ ਜਵਾਬ ਨਹੀਂ ਸੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿਤਾ ਨਾਉ ਹਲਾਲ। ਇਸ ਕਰਕੇ ਇਸਲਾਮ ਵਾਲੇ ਕਦੇ ਦਾ ਅਰਥ ਕੀ ਹੈ? ਜਦੋਂ ਮਨੁੱਖ ਨੂੰ ਹਲਾਲ ਦੀ ਪ੍ਰਵਿਰਤੀ ਸਿਖਾਈ ਗਈ ਤਾਂ ਰੱਬੀ ਪੁਰਸ਼ਾਂ ਨੇ ਇਹਨੂੰ ਵੱਡੀ ਰਮਜ ਸੌਖੇ ਤਰੀਕੇ ਨਾਲ ਸਮਝਾਈ ਸੀ। ਬੱਕਰੇ ਨੂੰ ਮੈਂ ਦਾ ਪ੍ਰਤੀਤ ਮੰਨਿਆ ਜਾਂਦਾ ਹੈ ਕਿ ਉਹਦੀ ਕੁਦਰਤੀ ਆਵਾਜ਼ ਦੇ ਵਿੱਚ ਮੈਂ ਹੈ, ਅਤੇ ਇੰਜ ਅਵਤਾਰੀ ਪੁਰਸ਼ਾਂ ਨੇ ਗਿਆਨ ਦਿੱਤਾ ਕਿ ਮਨੁੱਖ ਜਦੋਂ ਤੇਰੇ ਅੰਦਰ ਹਉਮੈ, ਤੇਰੇ ਅੰਦਰ ਅਗਿਆਨ ਆ ਜਾਂਦਾ ਹੈ ਅਤੇ ਤੇਰੀ ਹਸਤੀ ਬੱਕਰੇ ਵਾਂਗ ਬਣ ਜਾਂਦੀ ਹੈ ਅਤੇ ਉਹ ਹਰ ਗੱਲ 'ਚ ਮੈਂ ਕਰਦੀ ਹੈ, ਅਤੇ ਇਹ ਮੈਂ ਇੱਕ ਦਿਨ 'ਚ ਖਤਮ ਹੋਣ ਵਾਲੀ ਨਹੀਂ। ਇਸ ਕਰਕੇ ਇਹਨੂੰ ਗਿਆਨ ਦੇ ਅਭਿਆਸ ਦੇ ਨਾਲ ਹਲਾਲ ਕਰ ਤਾਂ ਕਿ ਤੇਰੀ ਹਉਮੈ ਖਤਮ ਹੋ ਜਾਏ ਅਤੇ ਤੇਰੀ ਮੈਂ ਦਾ ਜਿਹੜਾ ਸਿਲਸਿਲਾ ਸਾਰਾ ਮੁੱਕ ਜਾਵੇ। ਅਵਤਾਰੀ ਪੁਰਸ਼ਾਂ ਨੇ ਇਹਨੂੰ ਇਹ ਅਰਥ ਸਿਖਾਉਣਾ ਚਾਹਿਆ
ਇਹ ਇਸ ਅਰਥ ਵੱਲ ਨਹੀਂ ਗਿਆ, ਆਪਣੀ ਹਉਮੈ ਦੀ ਲੋ ਜਿਹੜੀ ਉਹਦੀ ਲੈਵਲ ਹੈ ਉਹਨੂੰ ਉੱਥੇ ਹੀ ਕੇਂਦਰਿਤ ਕਰ ਲਿਆ ਅਤੇ ਉਹਦੇ ਨਾਲ ਹੀ ਇਕਸੁਰ ਹੋ ਗਿਆ। ਇਸ ਕਰਕੇ ਗੁਰਬਾਣੀ ਵਿੱਚ ਹਲਾਲ ਕਰਨਾ ਵੀ ਦੱਸਿਆ ਗਿਆ ਵੀ ਹਲਾਲ ਕਿਵੇਂ ਕਰਨਾ, ਜਿਹੜੇ ਹਲਾਲ ਦੇ ਸਹੀ ਅਰਥ ਨੇ। ਉਹਦੇ ਵਿੱਚ ਗੁਰੂ ਸਾਹਿਬ ਜੀ ਜੋ ਰਾਮਕਲੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ, ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸ ਕੀ ਅਪਰਪਾਰ, ਸ਼ਬਦੇ ਸਾਣ ਰਖਾਈ ਲਾਏ, ਗੁਣ ਕੀ ਠੇਕੈ ਵਿੱਚ ਸਮਾਏ, ਤਿਸ ਦਾ ਕੁੱਠਾ ਹੋਵੈ ਸੇਖ, ਲੋਹੂ ਲੱਭ ਨਿਕੱਥਾ ਵੇਖ, ਹੋਏ ਹਲਾਲ ਲੱਗੈ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਦਾ ਸਰਲ ਭਾਵ ਹੈ ਕਿ ਸੱਚ 'ਤੇ ਆਧਾਰਿਤ ਜੀਵਨ ਧਾਰ ਕਰ ਅਤੇ ਸੱਚ ਦੀ ਛੁਰੀ ਬਣਾ, ਸੱਚ ਕੀ ਕਾਤੀ ਸੱਚ ਸਭ ਸਾਰ, ਹਰੇਕ ਕਰਮ ਨੂੰ ਸੱਚ ਨਿਯਮ ਅਨੁਸਾਰ ਕਰ। ਕਹਿੰਦੇ ਘਾੜਤ ਤਿਸ ਕੀ ਅਪਰਪਾਰ, ਫਿਰ ਸ਼ਬਦ ਦੇ ਨਾਲ ਉਹਦੀ ਘਾੜਤ ਕਰ, ਗੁਣ ਕੀ ਠੇਕੈ ਵਿੱਚ ਸਮਾਏ, ਅਤੇ ਗੁਣਾਂ ਦੀ ਖਾਨ ਦੇ ਵਿੱਚ ਆਪਣੀ ਉਹ ਗਿਆਨ ਦੀ ਛੁਰੀ ਰੱਖ, ਅਤੇ ਰੋਜ਼ ਰੋਜ਼ ਸ਼ਬਦ ਦੀ ਘਾੜ ਦੇ ਨਾਲ ਆਪਣੀ ਹਉਮੈ ਨੂੰ ਮੇਟ। ਜੇ ਇੰਜ ਹਲਾਲ ਕਰੇਗਾ ਨਾਨਕ ਦਰ ਦੀ ਦਾਰ ਸਮਾਏ, ਤਾਂ ਮਾਲਕ ਦੇ ਦੀਦਾਰ ਦਾ ਪਾਤਰ ਬਣ ਕੇ ਠੀਕ ਹਲਾਲ ਕਰ ਸਕੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਹਿਤਾ ਨਾਉ ਹਲਾਲ ਕਿੱਡੀ ਮਨੁੱਖ ਦੀ ਬੇਸਮਝੀ ਹੈ। ਇਸ ਕਰਕੇ 2 ਪੁਸਤਕਾਂ ਨੇ ਵਿਸ਼ਵ ਦੇ ਵਿੱਚ ਜਿਨ੍ਹਾਂ ਦੇ ਵਿੱਚ ਨਾ ਬੜਾ ਸੋਲਿਡ ਗਿਆਨ ਹੈ। ਇੱਕ ਕਿਤਾਬੇ ਮੀਰਦਾਦ ਉਹਦਾ ਚੈਪਟਰ ਹੈ ਕੀ ਖਾਣ ਦੇ ਲਈ ਮਾਰਨਾ ਜਾਇਜ਼ ਹੈ। ਇੱਕ ਹੈਨਰੀ ਥੋਰੋ ਦੀ ਹੈ ਵਾਲਡਨ, ਉਹਦੇ ਵਿੱਚ ਉਹਨੇ ਠੀਕ ਸਿਧਾਂਤ ਦੱਸਿਆ ਹੋਇਆ ਕਿ ਜਿਹੜਾ ਜਾਨਵਰ ਹੈ ਕਿਉਂ ਨਹੀਂ ਮਾਰਨਾ ਚਾਹੀਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਲਾ ਉੱਤਰ, ਦਫ਼ਤਰ ਲੇਖਾ ਮੰਗੀਐ ਤਬ ਹੋਏਗੋ ਕੌਣ ਹਵਾਲ। ਤਾਂ ਭਗਤ ਕਬੀਰ ਸਾਹਿਬ ਕਹਿੰਦੇ ਕਿ ਦਫ਼ਤਰ ਲੇਖਾ ਮੰਗੀਐ। ਇਸ ਉੱਪਰ ਕਹਿੰਦੇ ਕੋਈ ਨਾ ਬੰਦਾ ਸੀ ਕਿਸੇ ਜਗ੍ਹਾ, ਤਾਂ ਉਹ ਕਿਸੇ ਦਫਾ ਉਹਦੇ ਅੰਦਰ ਇਸ ਤਰ੍ਹਾਂ ਹਲਾਲ ਮਾਸ ਆਦਿ ਖਾਣ ਦੀ ਉਪਜੀ। ਉਹ ਜਦੋਂ ਹਲਾਲ ਕੀਤਾ ਤਾਂ ਉਦੋਂ ਤੱਕ ਪੂਰਾ ਸੀ, ਜਦੋਂ ਹਲਾਲ ਹੋ ਗਿਆ ਉਹਦਾ ਸਾਰਾ ਗੋਸ਼ਤ ਆਦਿਕ ਬਣ ਗਿਆ, ਉਹਦੇ ਕੋਲ ਖਾਧਾ ਨਾ ਗਿਆ ਅਤੇ ਉਹ ਛੱਡ ਕੇ ਆ ਗਿਆ। ਅਤੇ ਬੜੇ ਸਾਲ ਉਹਨੇ ਕਿਤੇ ਇਕਾਂਤ ਵਿੱਚ ਹੀ ਗੁੰਮ-ਸੁੰਮ ਬਿਤਾ ਦਿੱਤੇ। ਉਹ ਬੜੇ ਸਾਲਾਂ ਬਾਅਦ ਵਾਪਸ ਆਇਆ, ਜਿਨ੍ਹਾਂ ਨੇ ਉਹਦੇ ਸਾਹਮਣੇ ਹਲਾਲ ਕੀਤਾ ਸੀ ਕਹਿਣ ਲੱਗੇ ਪਹਿਲਾਂ ਤੂੰ ਆਪ ਕਿਹਾ, ਆਪ ਹੀ ਨਹੀਂ ਖਾਧਾ, ਇੰਨੇ ਸਾਲ ਤੂੰ ਇਸ ਘਟਨਾ ਤੋਂ ਬਾਅਦ ਗੁੰਮ-ਸੁੰਮ ਰਿਹਾ, ਇਹਦਾ ਕਾਰਨ ਕੀ ਸੀ? ਕਹਿੰਦਾ ਕਾਰਨ ਇਹ ਸੀ ਕਿ ਜਦੋਂ ਉਸ ਜੀਵ ਨੂੰ ਹਲਾਲ ਕੀਤਾ ਜਾ ਰਿਹਾ ਸੀ, ਉਹਦੀ ਜਿਹੜੀ ਚੀਕਣ ਦੀ ਪੀੜ ਸੀ ਉਹਨੇ ਮੇਰੀ ਰੂਹ ਨੂੰ ਕੰਬਾ ਦਿੱਤਾ, ਅਤੇ ਇੰਨੇ ਸਾਲਾਂ ਬਾਅਦ ਉਹਦੇ ਚੀਕਣ ਦੀ ਜਿਹੜੀ ਆਵਾਜ਼ ਹੈ, ਉਹਦੀ ਜਿਹੜੀ ਗੂੰਜਣ ਹੈ, ਉਹ ਮੇਰੇ ਅੰਦਰੋਂ ਅਜੇ ਤੱਕ ਨਹੀਂ ਗਈ। ਅਤੇ ਮੈਂ ਸੋਚਦਾ ਜਿਹੜੇ ਇੰਨੇ ਕਰਦੇ ਹੋਣਗੇ ਉਹ ਕਿਸ ਤਰ੍ਹਾਂ ਦਾ ਜੀਵਨ ਜਿਉਂ ਰਹੇ ਹੋਣਗੇ। ਇਹਨੂੰ ਕਿਹਾ ਜਾਂਦਾ ਹੈ ਆਤਮਿਕ ਜੀਵਨ। ਕਿ ਮੈਂ ਕਈ ਵਾਰ ਜਿਵੇਂ ਅਸੀਂ ਦਇਆ ਦੀ ਗੱਲ ਕਰਦੇ ਹਾਂ, ਤਾਂ ਮੈਂ ਕਈ ਵਾਰੀ ਅਰਜ਼ ਕੀਤੀ ਹੈ ਕਿ ਜਿਹੜਾ ਦਇਆ ਦਾ ਜੀਵਨ ਹੈ ਉਹ ਐਡਾ ਕੁ ਨਹੀਂ ਹੈ। ਦਇਆ ਦਾ ਜੀਵਨ ਤਾਂ ਬੰਦੇ ਦੀ ਆਵਾਜ਼ 'ਚੋਂ ਹੌਕਾ, ਸਿਸਕੀ, ਡਰ, ਤੌਖਲਾ ਸਭ ਕੁਝ ਪਛਾਣ ਲੈਂਦਾ ਹੈ। ਉਹ ਬੰਦੇ ਦੀ ਆਵਾਜ਼ 'ਚੋਂ ਹੀ ਪਛਾਣ ਲੈਂਦਾ। ਐਡਾ ਵੱਡਾ ਦਇਆ ਦਾ ਜੀਵਨ ਧਰਤੀ 'ਤੇ ਚਾਹੀਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਫ਼ਤਰ ਲੇਖਾ ਮੰਗੀਐ ਤਬ ਹੋਏਗੋ ਕੌਣ ਹਵਾਲ। ਭਾਈ ਗੁਰਦਾਸ ਜੀ ਨੇ 25ਵੀਂ ਵਾਰ 17ਵੀਂ ਪੌੜੀ ਹੈ, ਉਹਦੇ ਵਿੱਚ ਕਹਿੰਦੇ ਉਹ ਸ਼ੇਰ ਬੱਕਰੀ ਨੂੰ ਮਾਰ ਲੱਗਾ, ਬੱਕਰੀ ਅੱਗੋਂ ਹੱਸਣ ਲੱਗ ਪਈ। ਉਹ ਸ਼ੇਰ ਕਹਿੰਦਾ ਵੀ ਕਿਹੜੀ ਗੱਲ ਤੋਂ ਹੱਸੀ ਹੈ? ਉਹ ਕਹਿੰਦੀ ਵੀ ਸਾਡੀ ਨਾ ਕੁੱਲ ਹੀ ਖਤਮ ਹੋ ਜਾਣੀ ਚਾਹੀਦੀ ਹੈ, ਭਾਵ ਕਿ ਸਾਨੂੰ ਵਾਰ-ਵਾਰ ਮਰਨਾ ਨਾ ਪਵੇ। ਕਿ ਜਿਹੜਾ ਅੱਕ ਧਤੂਰੇ ਵਰਗਾ ਉਹਨੂੰ ਜਦੋਂ ਖਾਂਦਾ ਮੂੰਹ ਛਲਣੀ ਕਰ ਦਿੰਦਾ ਹੈ। ਸਾਡੀ ਹੋਂਦ ਜਿਹਦਾ ਕੋਈ ਅਰਥ ਹੈ, ਭਾਵ ਕਿ ਦੁੱਧ ਬਣ ਸਕਦਾ ਹੈ, ਕੁਝ ਹੋਰ ਬਣ ਸਕਦਾ ਹੈ, ਉਹ ਇਕੱਲੀ ਤੇਰੇ ਮਾਸ ਦੇ ਲਈ ਕੰਮ ਆ ਰਹੀ ਹੈ। ਇਸ ਕਰਕੇ ਉਹ ਭਾਈ ਸਾਹਿਬ ਜੀ ਨੇ ਬੜੀ ਵੱਡੀ ਗੱਲ ਸਮਝਾਈ ਉਹਦੇ ਵਿੱਚ ਕਿ ਜਿਹੜਾ ਅਸੀਂ ਆਪਣੇ ਇੱਕ ਹਿੱਤ ਦੀ ਹੋਂਦ ਲਈ ਦੂਜੀ ਹੋਂਦ ਨੂੰ ਖਤਮ ਕਰਦੇ ਹਾਂ, ਉਹ ਧਰਤੀ ਦੇ ਸਭ ਤੋਂ ਵੱਡਾ ਪਾਪ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਫ਼ਤਰ ਲੇਖਾ ਮੰਗੀਐ ਤਬ ਹੋਏਗੋ ਕੌਣ ਹਵਾਲ। ਮੈਨੂੰ ਕਈ ਦਫਾ ਸਾਡੇ ਕਿਸੇ ਸੰਬੰਧੀ ਦਾ ਬੜਾ ਜਿਹੜਾ ਕੀ ਕਹਿੰਦੇ ਨੇ ਬਹੁਤ ਘਾਤਕ ਹਾਦਸਾ ਹੋ ਗਿਆ, ਅਤੇ ਕਿਸੇ ਨੇ ਉਹਨੂੰ ਸੁਝਾਅ ਦੇ ਦਿੱਤਾ ਜੀ ਇਸ ਤਰ੍ਹਾਂ ਕਰੋਗੇ ਤਾਂ ਇਹ ਬਚੇਗਾ। ਸੁਭਾਵਿਕ ਮੇਰਾ ਗੱਲਬਾਤ ਹੋਈ ਡਾਕਟਰਾਂ ਦੇ ਨਾਲ। ਮੈਂ ਕਿਹਾ ਜੀ ਇੰਨੀ ਵੱਡੀ ਮੈਡੀਕਲ ਸਾਇੰਸ ਹੈ, ਕੀ ਅਜੇ ਤੁਹਾਡੇ ਕੋਲੋਂ ਨਿਊਟਰੀਐਂਟਸ ਦਾ ਕੋਈ ਐਸਾ ਤੱਤ ਨਹੀਂ ਬਣਿਆ ਕਿ ਜੋ ਇਸ ਤੱਤ ਦੇ ਬਰਾਬਰ એનર્ਜੀ ਦੀ ਪੂਰਤੀ ਕਰ ਸਕਦਾ ਹੋਵੇ? ਕਹਿਣ ਲੱਗਾ ਜੀ ਨਹੀਂ ਬਣਿਆ। ਮੈਂ ਕਿਹਾ ਫਿਰ ਤੁਹਾਡੀ ਸਾਇੰਸ ਦੇ ਉੱਪਰ ਸ਼ੱਕ ਕੀਤਾ ਜਾ ਸਕਦਾ ਹੈ ਕਿ ਜਿਹੜੇ ਤੱਤ ਦਾ ਉਹ ਵਾਇਲੈਂਟ ਤੋਂ ਬਿਨਾਂ ਨਿਰਮਾਣ ਹੀ ਨਹੀਂ ਕਰ ਸਕਦੀ, ਉਹ ਫਿਰ ਪੂਰਨ ਕਿਵੇਂ ਹੋਈ? ਅਤੇ ਮੈਂ ਕਿਹਾ ਇਹਦੇ ਨਾਲੋਂ ਤਾਂ ਰੂਹਾਨੀ ਬਲ ਚੰਗਾ ਹੈ। ਰੂਹਾਨੀ ਬਲ ਦਾ ਮਤਲਬ ਹੈ ਕਿ ਬੰਦਾ ਦੁੱਖ ਦੇ ਵਿੱਚ ਆਪਣੇ ਭਰੋਸੇ ਦੇ ਨਾਲ ਆਪਣੇ ਜੀਵਨ ਨੂੰ ਮੁੜ ਚਾਰਜ ਕਰ ਲੈਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਫ਼ਤਰ ਲੇਖਾ ਮੰਗੀਐ ਤਬ ਹੋਏਗੋ ਕੌਣ ਹਵਾਲ। ਜਦੋਂ ਤੇਰੇ ਇਸ ਕਰਕੇ
ਕਿਹਾ ਜਾਂਦਾ ਹੈ ਕਿ ਧਰਤੀ 'ਤੇ ਕੋਈ ਵੀ ਕਰਮ ਕਰਨਾ ਅਤੇ ਉਹਨੂੰ ਕਰਨ ਲੱਗਿਆਂ ਇੱਕ ਖਿਆਲ ਰੱਖੋ ਕਿ ਹਰੇਕ ਕਰਮ ਤੁਹਾਡੀ ਇੰਝ ਕਰੋ ਜਿਵੇਂ ਆਪਣੀ ਜੀ ਜਾਨ 'ਤੇ ਭੁਗਤਣਾ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਤਬ ਹੋਏ ਗੋ ਕੌਣ ਹਵਾਲ। ਕਹਿੰਦੇ ਜਿਸ ਧਰਮ ਦੇ ਸਿਧਾਂਤ ਦਾ, ਮਰਜ਼ਾਦਾ ਦਾ ਜਾਂ ਅੱਲਾ ਤਾਲਾ ਦੀ ਖੁਸ਼ੀ ਦਾ ਹਵਾਲਾ ਦਿੰਦਾ ਰਿਹਾ, ਜਦੋਂ ਤੇਰੀ ਦੇਹ ਬਿਨਸ ਗਈ ਅਤੇ ਤੇਰੇ ਚਿੱਤ ਦੇ ਉੱਪਰ ਉਹ ਪਾਪ ਦਾ, ਅਵਗੁਣ ਦਾ, ਗੁਨਾਹ ਦਾ ਭਾਵ ਹੈ, ਇਹਨੂੰ ਜਸਟੀਫਾਈ ਕਰਨ ਦੇ ਲਈ ਕੀ ਜਵਾਬ ਦੇਵੇਂਗਾ? ਕਿਉਂਕਿ ਉੱਥੇ ਤਾਂ ਤੇਰੇ ਕੋਲ ਧਰਮ ਨਹੀਂ ਹੈ, ਉਹੋ ਜਿਹੀ ਮਰਜ਼ਾਦਾ ਨਹੀਂ, ਉਹੋ ਜਿਹੇ ਤੇਰੇ ਸੰਗੀ ਨਹੀਂ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ, ਤਬ ਹੋਏ ਗੋ ਕੌਣ ਹਵਾਲ। ਇਸੇ ਤਰ੍ਹਾਂ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਕਬੀਰ ਖੂਬ ਖਾਨਾ ਖੀਚਰੀ, ਜਾਮ ਹੈ ਅੰਮ੍ਰਿਤ ਲੋਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋਰੀ ਕੀਏ ਜ਼ੁਲਮ ਨਾਲੋਂ, ਹਲਾਲ ਕਰਕੇ ਜੀਵ ਮਾਰਨ ਨਾਲੋਂ ਚੰਗਾ ਹੈ ਉਹ ਖਿਚੜੀ ਖਾਣੀ ਚੰਗੀ ਹੈ। ਉਹ ਖਿਚੜੀ ਦਾ ਭੋਜਨ ਚੰਗਾ ਜਿਹਦੇ ਵਿੱਚ ਇਕੱਲਾ ਲੂਣ ਹੀ ਹੁੰਦਾ, ਕੁਝ ਹੋਰ ਨਹੀਂ। ਕਹਿੰਦੇ ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਇਹ ਦੁਨੀਆ ਦਾ ਕਿੱਥੋਂ ਦਾ ਅਸੂਲ ਹੈ ਕਿ ਇੱਕ ਕੇਵਲ ਸਰੀਰ ਦੀ ਲੋੜ ਪੂਰੀ ਕਰਨੀ ਹੈ ਅਤੇ ਇੱਕ ਦੂਜੇ ਸਰੀਰ ਨੂੰ ਮਾਰਿਆ ਜਾਵੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਨਾਲੋਂ ਖਿਚੜੀ ਦਾ ਭੋਜਨ ਨਹੀਂ ਚੰਗਾ ਹੈ। ਅਤੇ ਖਿਚੜੀ ਦੇ ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਨੂੰ ਆਪਣੀ ਸਰੀਰਕ ਲੋੜਾਂ, ਮੈਂ ਕੁਝ ਸਮਾਂ ਪਹਿਲਾਂ ਨਾ, ਕਿਉਂਕਿ ਹਰ ਵਿਸ਼ੇ ਦਾ ਗਿਆਨ ਬੰਦੇ ਨੂੰ ਹੋਣਾ ਚਾਹੀਦਾ। ਅੱਜ ਦੇ ਸਮੇਂ 'ਚ ਡਾਈਟੀਸ਼ੀਅਨਾਂ ਦਾ ਬੜਾ ਕੰਮ ਚੱਲ ਰਿਹਾ, ਤਾਂ ਮੈਂ ਸੁਭਾਵਿਕ ਮੇਰਾ ਇੱਕ ਨਿਕਟ ਵਰਤੀ ਹੈ ਬੜਾ ਖਾਸ। ਮੈਂ ਉਹਨੂੰ ਪੁੱਛਦਾ ਕਿ ਕੀ ਸਿਲਸਿਲਾ ਚੱਲਦਾ, ਕਾਫੀ ਲੰਬਾ ਸਮਝਿਆ ਉਹਦੇ ਕੋਲੋਂ। ਉਹਦੇ ਵਿੱਚੋਂ ਮੈਨੂੰ ਇੰਨਾ ਸਮਝ ਆਇਆ ਕਿ ਮਨੁੱਖ ਨੂੰ ਜੇ ਇਹਦਾ ਗਿਆਨ ਨਹੀਂ ਹੈ ਤਾਂ ਮਤਲਬ ਜਿਹੜੀ ਚੀਜ਼ ਦਾ ਵੀ ਗਿਆਨ ਨਹੀਂ ਹੈ, ਜੇ ਗਿਆਨ ਨਹੀਂ ਹੋਏਗਾ ਉਹ ਗਲਤ ਪੈਦਾ ਕਰੇਗਾ। ਉਦਾਹਰਨ ਦੇ ਤੌਰ 'ਤੇ ਜਿਵੇਂ ਮਨੁੱਖ ਨੂੰ ਭੋਜਨ ਦੀ ਕਿੰਨੀ ਕੈਲਰੀ ਚਾਹੀਦੀ ਹੈ, ਕਿਸੇ ਬੰਦੇ, ਬਹੁਤ ਘੱਟ ਬੰਦਿਆਂ ਨੂੰ ਪਤਾ ਹੋਏਗਾ ਕਿ ਮੇਰਾ ਕੱਦ, ਮੇਰੇ ਕੰਮ ਦੀ ਨੇਚਰ ਕੀ ਹੈ, ਮੇਰੀ ਜਿਹੜੀ ਬਾਡੀ ਆ ਉਹਨੂੰ ਕਿੰਨੀ ਊਰਜਾ ਚਾਹੀਦੀ ਹੈ, ਮੇਰੇ ਦਿਮਾਗ ਨੂੰ ਕਿਹੋ ਜਿਹੀ ਊਰਜਾ ਚਾਹੀਦੀ ਹੈ, ਸਰੀਰ ਦੇ ਬਾਕੀ ਹਿੱਸਿਆਂ ਨੂੰ ਭੋਜਨ ਦੀ ਕਿਹੜੀ ਊਰਜਾ ਚਾਹੀਦੀ, ਇਹਦਾ ਕੋਈ ਗਿਆਨ ਨਹੀਂ। ਅਤੇ ਉਹ ਕਹਿੰਦਾ ਇਹ ਗਿਆਨ ਅਸੀਂ ਦਿੰਦੇ ਹਾਂ, ਅਤੇ ਉਹਨਾਂ ਦਾ ਨਾਂ ਡਾਈਟੀਸ਼ੀਅਨ ਹੁੰਦਾ। ਤਾਂ ਭਗਤ ਕਬੀਰ ਸਾਹਿਬ ਇਸੇ ਤਰ੍ਹਾਂ ਆਖਦੇ ਹਨ ਕਿ ਮਨੁੱਖ ਨੂੰ ਇਸ ਗੱਲ ਦਾ ਹੀ ਗਿਆਨ ਨਹੀਂ ਹੈ ਅਤੇ ਇਹਦੇ ਵਿੱਚ ਉਹ ਕਿੰਨਾ ਕੁਝ ਕਰਦਾ ਜਾਂਦਾ ਹੈ। ਅਤੇ ਜਦੋਂ ਇਹਦਾ ਗਿਆਨ ਹੋਵੇ ਤਾਂ ਬੰਦੇ ਦੇ ਖਾਣ ਦੀ ਮਰਜ਼ਾਦਾ ਵੀ ਪੈਦਾ ਹੁੰਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੁਣ ਜਿਵੇਂ ਭਗਤੀ ਦਾ ਪ੍ਰਯੋਜਨ ਹੈ, ਜਿਵੇਂ ਸਾਡਾ ਸਾਰਾ ਦਿਨ ਬੈਠੇ ਰਹਿਣਾ ਜਾਂ ਕਿਤੇ ਬਹੁਤੀ ਗਰਦਸ਼ ਨਹੀਂ ਕਰਨੀ, ਤਾਂ ਬਹੁਤ ਅਲਪ ਭੋਜਨ ਦੀ ਲੋੜ ਹੈ। ਪਰ ਇੱਕ ਤਾਂ ਠੀਕ ਆ ਕਿ ਉਹਨੂੰ ਕਿਸੇ ਸਾਦੇ ਰੂਪ 'ਚ ਪੂਰਾ ਕਰ ਲਿਆ ਜਾਵੇ, ਉਹਨੂੰ ਮਾਸ ਦੇ ਰੂਪ 'ਚ ਪੂਰਾ ਕਰਨਾ ਕਿੱਥੋਂ ਦੀ ਸਿਆਣਪ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸਾਦਾ ਭੋਜਨ ਖਿਚੜੀ ਚੰਗੀ, ਜਿਹਦੇ ਵਿੱਚ ਇਕੱਲਾ ਅੰਮ੍ਰਿਤ ਵਰਗਾ ਲੋਣ ਹੁੰਦਾ ਹੈ। ਹੀਰਾ ਰੋਟੀ ਕਾਰਨੇ, ਇੱਕ ਸਰੀਰ ਦੀ ਲੋੜ ਦੀ ਪੂਰਤੀ ਦੇ ਲਈ ਕਿਸੇ ਦੂਜੇ ਸਰੀਰ ਨੂੰ ਖਤਮ ਕਰਨਾ, ਇਹ ਕਹਿੰਦੇ ਸਾਡੇ ਮੱਤ ਵਿੱਚ, ਸਾਡੀ ਜਿਹੜੀ ਭਗਤੀ ਦਾ ਕਰਮ ਹੈ ਉਹਦੇ ਵਿੱਚ ਕੋਈ ਨਹੀਂ ਹੈ। ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਵੀਕ੍ਰਿਤੀ ਨਹੀਂ ਹੈ ਕਿ ਆਪਣੇ ਇੱਕ ਸਰੀਰਕ ਹੋਣ ਦੀ ਲੋੜ ਦੇ ਲਈ ਦੂਜੇ ਨੂੰ ਕੀਤਾ ਜਾਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਗਲਾ ਕਟਾਵੇ ਕੌਣ, ਕਿ ਮਨੁੱਖ ਤੂੰ ਐਡਾ ਉੱਚਾ ਨਹੀਂ ਕਿ ਦੂਜੇ ਦੇ ਜੀਵਨ ਦੀ ਹੋਂਦ ਕੁਰਬਾਨ ਕਰਕੇ ਤੇਰੀ ਕੇਵਲ ਇੱਕ ਭੋਜਨ ਦੀ ਲੋੜ ਪੂਰੀ ਕੀਤੀ ਜਾ ਸਕੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਉਸ ਗੱਲ ਦੀ ਬਜਾਏ ਸਾਦਗੀ ਵਾਲਾ, ਨਿਮਰਤਾ ਵਾਲਾ ਅਤੇ ਗਿਆਨ ਦੀ ਭਰਪੂਰਤਾ ਵਾਲਾ ਜਿਹੜਾ ਜੀਵਨ ਹੈ ਉਹ ਜ਼ਿਆਦਾ ਵਧੀਆ ਹੈ। ਇਸ ਕਰਕੇ ਗੁਰੂ ਦਸਮ ਪਾਤਸ਼ਾਹ ਦੇ ਵਾਕ ਹਨ, ਅਲਪਹਾਰ ਸੁਲਪਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਮੈਂ ਬੰਦਗੀ ਵਾਲੇ ਐਸੇ ਬੜੇ ਬੰਦੇ ਦੇਖੇ ਹਨ, ਦੇਵਨ 'ਚ ਕੇਵਲ ਇੱਕ ਦਫਾ ਭੋਜਨ ਕਰਦੇ ਹਨ। ਉਹ ਕਹਿੰਦੇ ਇਹਦੇ ਨਾਲ ਜਿੰਨੀ ਵੱਧ ਐਨਰਜੀ ਪੈਦਾ ਹੁੰਦੀ ਹੈ, ਉਨਾ ਜ਼ਿਆਦਾ ਮਨੁੱਖ ਦਾ ਚਿੱਤ ਬਾਹਰ ਵੱਲ ਕਾਰਜਸ਼ੀਲ ਰਹਿੰਦਾ ਹੈ। ਇਸ ਕਰਕੇ ਜਿਹੜੇ ਵੱਡੇ ਬੰਦਗੀ ਵਾਲੇ ਪੁਰਖ ਹਨ, ਉਹ ਭੋਜਨ ਦੀ ਲੋੜ ਬੜੀ ਮਨਫੀ ਕਰ ਦਿੰਦੇ ਹਨ। ਇੱਕ ਪਾਸੇ ਉਹ ਨੇ, ਜਿਵੇਂ ਦੁਨੀਆ ਦੇ ਜਿੰਨੇ ਵੱਡੇ ਵਿਗਿਆਨਕ ਹੋਏ ਨਾ, ਉਹਨਾਂ ਦੇ ਉੱਪਰ ਇੱਕ ਇਹਨਾਂ ਨੇ ਛਾਪੀ ਹੋਈ, 3 ਉਹਦੀਆਂ ਵੋਲੀਅਮ ਨੇ, ਅਤੇ ਜਿਹੜੇ ਦੁਨੀਆ ਦੇ ਵੱਡੇ ਵਿਗਿਆਨਕ, ਉਹਨਾਂ ਦੇ ਜੀਵਨ ਬਾਰੇ ਦੱਸਿਆ ਕਿ ਉਹ ਕਿਵੇਂ ਜਿਉਂਦੇ ਰਹੇ। ਹੈਰਾਨਗੀ ਦੀ ਗੱਲ ਹੈ, ਉਹਨਾਂ ਦੇ ਕਿਸੇ ਜੀਵਨ 'ਚ ਇੰਝ ਦਾ ਮਿਲਦਾ ਹੀ ਨਹੀਂ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੀਰਾ ਰੋਟੀ ਕਾਰਨੈ ਗਲਾ ਕਟਾਵੇ ਕੌਣ, ਕੌਣ ਇਸ ਤਰ੍ਹਾਂ ਦਾ ਯਤਨ ਕਰੇ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ ਨਿਵਾਜਿਸ਼ ਕਰਦੇ ਹਨ ਕਿ ਕਿਸੇ ਤਰ੍ਹਾਂ ਦੀ ਵੀ ਜ਼ੋਰ ਦੇ ਵਿੱਚ ਪੈ ਕੇ ਧਰਤੀ 'ਤੇ ਜ਼ੁਲਮ ਦੇ ਕੰਮ ਨੂੰ ਅੰਜਾਮ ਨਹੀਂ ਦੇਣਾ ਚਾਹੀਦਾ। ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ, ਮਾਲਕ ਦੇ ਸੱਚ ਸਰੂਪ ਨੂੰ ਸਮਝ ਕੇ, ਹਰੇਕ ਹੋਂਦ ਦਾ ਸਤਿਕਾਰ ਅਦਬ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਗਿਆਨ ਅਤੇ ਸ਼ੁੱਧ ਆਤਮਿਕ ਅਭਿਆਸ ਦੇ ਨਾਲ ਉੱਚਾ ਚੁੱਕਣਾ ਚਾਹੀਦਾ, ਤਾਂ ਕਿ ਸਾਡੀ ਕਲਿਆਣ ਹੋ ਸਕੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਨਿਵਾਜਿਸ਼ ਕਰਦੇ ਹਨ। ਕਿਰਪਾ ਕਰਨ, ਸ਼ਬਦ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸਦੇ, ਸਾਡਾ ਸਾਰਿਆਂ ਦਾ
ਇੱਥੇ ਆਇਆ ਸਫਲਾ ਹੋਵੇ ਜੀ। ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।